वाहिगुरु जी का खालसा वाहिगुरु जी की फतेह। साहिबां दी सुभागी गोद विच दूरों नेड़े चल करके शाम के दीवाना विच आप जी जुड़ बैठे हो। सत्संग दीयां घड़ियां प्राप्त हुईयां ने। आओ इन्हां दा आनंद माणीए। चल रहे पावन प्रकरणां दे विचों आप जी ने सरवण कीता सी। मन सुख शाहूकार दी संगत करके राजा शिवदास गुरु नानक साहब जी के चरणों का पौधा बन गया। कुछ समा कोल रहन तो बाद मनसुख जी आग्ञा लेके अपने इलाके देश में चल पए। तोहफे दे वजों सतगुरां दी उचारण कीती बाणी हत्थां नाल लिख के दे दित्ती। एक प्रेम दी चेटक लाई है राजन चेते कर सतगुरे आप आउणगे। मनसुख शाहूकार दे आउण तो बाद राजा शिवदास इन्ना वैरागी हो गया। सज्जन सतगुर दे चरणां दे प्रेम दे विच भिजिया होया, ना दिन दा पता ना रात दा पता। भुख प्यास विसर गई, तन कमजोर हो गया। हर वेले सतगुरां नूं आवाज़ां मारदा रहिंदा है, चेते करदा रहिंदा है। इन्हां सारे प्रकरणां नूं आप जी ने विस्तार सहित सरवण कीता। आओ एकाग्रता बख्शो, पाओ प्रेम दी सांझ गज वज के आखो जी सतनाम श्री गुरु साहिब जी। सतनाम श्री वाहिगुरु साहिब जी। मोर समान भयो मन मोरा, कबे मिले वे को कन कोरा। दीन दुनिया दे मालिक गुरु नानक साहिब जी जो समुची सृष्टि का भला करते आ, ऐसे सतगुरां दे प्यार विच संगला दीप श्रीलंका दा राजा भिजिया होया है। हुण अवस्था इन्नी गहरी हो गई, द्वैते एक रूप हवै गयो। हुण अपने आप ते गुरु तो बगैर दुनिया का दूजा तीजा कोई रिश्ता नजर नहीं आता। अरदास विच कहंदा है महाराज तुसी काले बदलां दे वांग हो, मैं एक मोर दे वांगरा पहला पाउना, तेरे प्यार विच नचदा हां। जदों तुसी खुश होवोगे ना एक बदली बन के बढ़ जाओगे, मिल जाओगे। मोर वर्गी जिंदगी अपने हिरदे दी बनाई, क्योंकि मोर हमेशा साउण दे महीनिਆਂ विच पहला भौंकदा है, नचदा है, झूमदा है, गाउंदा है अपनी आवाज़। राजा शिवनाथ इन्ना वैरागी होया, खाना पीना छड़ दिता है, भुख प्यास लगदी नहीं। हर वेले गुरु नानक साहब जी नूं हिरदे तो आवाज़ां मारदा है। चित चतरक को प्यास पुकारत,
ਚਾਹਤ ਸ਼ਵੰਤ ਦਸੇ ਹਰਿ ਆਰਤ। ਆਪਣੇ ਹਿਰਦੇ ਨੂੰ ਚਾਤਰਿਕ ਵਰਗਾ, ਬਬੀਹੇ ਵਰਗਾ ਬਣਾਇਆ। ਇੱਥੇ ਪ੍ਰਮਾਣ ਦੇ ਰਹੇ ਨੇ ਭਾਈ ਬਾਲਾ ਜੀ, ਇਹ ਸਭ ਪ੍ਰੇਮ ਦੇ ਆਸ਼ਿਕ ਨੇ, ਪੁਜਾਰੀ ਨੇ। ਮੋਰ ਹੋਇਆ ਬਬੀਹਾ, ਬਾਣੀ ਲਿਖਦੀ ਹੈ ਬਬੀਹਾ ਪ੍ਰਯੋਗ ਕਰੈ ਜਲ ਨਿਤ ਪ੍ਰੇਮ ਪਿਆਰ। ਪਾਣੀ ਤੇ ਧਰਤੀ ਤੇ ਬਹੁਤ ਹੈ, 4 ਸਾਗਰ 7 ਸਮੁੰਦਰ ਪਾਣੀ ਦੇ ਭਰੇ ਨੇ, 999 ਨਦੀਆਂ ਨਾਲੇ ਇਸ ਜੱਗ ਤੇ ਵਹਿੰਦੇ ਆ, ਪਰ ਬਬੀਹੇ ਦੀ ਪਿਆਸ ਇਸ ਪਾਣੀ ਨਾਲ ਨਹੀਂ ਬੁਝਦੀ। ਜਦ ਵੀ ਉਹਦੀ ਪਿਆਸ ਬੁਝਦੀ ਸਿਰਫ ਇੱਕ ਬੂੰਦ ਚਾਹੀਦੀ ਹੈ। ਚਾਤ੍ਰਿਕ ਚਿਤਵਤ ਵਸਤ ਮੇਹ, ਬਾਣੀ ਕਹਿੰਦੀ ਉਹ ਚਾਤ੍ਰਿਕ ਚਿਤਵਦਾ ਹੈ ਕਿ ਬਰਸਾਤ ਹੋਵੇ। ਕੱਲੀ ਬਰਸਾਤ ਨਾਲ ਗੱਲ ਨਹੀਂ ਬਣਦੀ, ਜਦੋਂ ਸਵੰਤੀ ਬੂੰਦ ਉਹਦੇ ਸਿਰ ਵਿੱਚ ਵੱਜਦੀ ਹੈ, ਉਸ ਇੱਕ ਬੂੰਦ ਦੇ ਨਾਲ ਉਹਦੇ ਕਈ ਸਾਲ ਲੰਘ ਜਾਂਦੇ ਆ। ਪਰਮਾਤਮਾ ਨੇ ਇਸ ਪੰਛੀ ਨਾਲ ਐਸੀ ਖੇਡ ਵਰਤਾਈ, ਇਹਦੇ ਸਿਰ ਵਿੱਚ ਸੁਰਾਖ ਹੈ ਤੇ ਗਲ 'ਚ ਸੁਰਾਖ ਹੈ। ਜਦ ਵੀ ਕਿਤੇ ਪਾਣੀ ਪੀਂਦਾ ਨਾ, ਕਿਸੇ ਦਰਿਆ ਤੋਂ, ਕਿਸੇ ਨਦੀ ਤੋਂ, ਪੀਤਾ ਪਾਣੀ ਗਲ ਦੇ ਸੁਰਾਖ ਤੋਂ ਬਾਹਰ ਨਿਕਲਦਾ ਰਹਿੰਦਾ ਹੈ, ਮਤਲਬ ਅੰਦਰ ਪਾਣੀ ਜਾਵੇ ਤੇ ਤ੍ਰਿਪਤੀ ਹੋਵੇ। ਪਰ ਜਦੋਂ ਬਰਸਾਤਾਂ ਪੈਂਦੀਆਂ ਨੇ, ਇਸ ਬਰਸਾਤ ਵਿੱਚ ਲੱਖਾਂ ਬੂੰਦਾਂ ਬਾਅਦ ਇੱਕ ਬੂੰਦ ਐਸੀ ਹੈ ਜਿਹਨੂੰ ਸਵੰਤੀ ਕਹਿੰਦੇ ਆ। ਜਦ ਉਹ ਸਵੰਤੀ ਬੂੰਦ ਉਹਦੇ ਸਿਰ ਦੇ ਵਿੱਚ ਵੱਜਦੀ ਹੈ, ਉਹ ਸੁਰਾਖ ਵਿੱਚ ਪੈਂਦੀ ਹੈ, ਬਬੀਹੇ ਦੀ ਪਿਆਸ ਬੁਝ ਜਾਂਦੀ। ਹੁਣ ਉਹਨੂੰ ਕਿਸੇ ਦਰਿਆ, ਕਿਸੇ ਨਦੀ, ਕਿਸੇ ਸਮੁੰਦਰ ਨਾਲ ਕੋਈ ਲੈਣ ਦੇਣ ਨਹੀਂ ਹੈ। ਇਸੇ ਤਰ੍ਹਾਂ ਬੇਨਤੀ ਕਰਦੇ ਨੇ ਮਹਾਰਾਜ, ਬੂੰਦਾਂ ਤੇ ਇੱਥੇ ਧਰਮ ਦੀਆਂ ਬੜੀਆਂ ਵਰਖਦੀਆਂ ਨੇ, ਬੜੇ ਲੋਕ ਧਰਮ ਕਮਾਉਂਦੇ ਆ, ਪਰ ਪਾਤਸ਼ਾਹ ਤੇਰਾ ਨਾਮ ਤੇ ਸਵੰਤੀ ਬੂੰਦ ਹੈ। ਜਦੋਂ ਤੱਕ ਤੁਸੀਂ ਨਹੀਂ ਮਿਲਦੇ, ਮੈਂ ਬਬੀਹਾ ਬਣ ਕੇ ਤੇਰੇ ਨਾਮ ਦੀ ਪੁਕਾਰ ਕਰਦਾ ਹਾਂ। ਲੋਚਨ ਭਈ ਚਕੋਰ ਵਿਚਾਰੇ, ਚੰਦ ਬਦਨ ਕਬ ਆਨ ਦਿਖਾਰੇ। ਸਾਰਾ ਦਿਨ ਮਹਿਲ ਤੇ ਚੜ ਕੇ ਰਾਜਾ ਰਾਹਾਂ ਨੂੰ ਉਡੀਕਦਾ ਰਹਿੰਦਾ ਹੈ। ਚੰਦਰਮਾ ਵੱਧ ਗੁਰੂ ਨਾਨਕ ਸਾਹਿਬ ਨੂੰ ਵੇਖਣ ਵਾਸਤੇ ਉਹਨੇ ਆਪਣਾ ਚਿੱਤ ਤੇ ਆਪਣੀਆਂ ਅੱਖਾਂ ਚਕੋਰ ਵਰਗੀਆਂ ਬਣਾ। ਚਕੋਰ ਸਾਰੀ ਰਾਤ ਉੱਡ ਕੇ ਚੰਦ ਨੂੰ ਵੇਖਦੀ, ਰੌਸ਼ਨੀ ਵੇਖ ਅੰਨੀ ਨਹੀਂ ਹੁੰਦੀ, ਸੱਜਣ ਦੇ ਦੀਦਾਰ ਵਿੱਚ ਉਡਾਰੀਆਂ ਭਰਦੀ ਰਹਿੰਦੀ। ਭਾਈ ਗੁਰਦਾਸ ਲਿਖਦੇ ਆ, ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਹਾਲੇ। ਤਾਰ ਤੋਂ ਭਾਵ ਟਿਕ ਟਿਕੀ ਲਾਗੇ ਵੇਖਣਾ। ਜਿਵੇਂ ਚਕੋਰ ਉੱਡਦੀ ਰਹਿੰਦੀ ਅਸਮਾਨ ਵਿੱਚ, ਪਰ ਉਸ ਚੰਦ ਨੂੰ ਵੇਖਦੀ ਰਹਿੰਦੀ ਸਾਰੀ ਰਾਤ। ਇੱਕ ਰਾਤ ਨਹੀਂ, ਹਰ ਰਾਤ ਹੀ ਹਾਲ। ਕਹਿੰਦੇ ਸਤਿਗੁਰਾਂ ਦੇ ਰਾਹਾਂ ਨੂੰ ਤੱਕਦਾ ਰਹਿੰਦਾ। ਗੁਰੂ ਨਾਨਕ ਸਾਹਿਬ ਚੰਦਰਮਾ ਸਰੂਪ ਪਾਤਸ਼ਾਹ ਨੂੰ ਰਾਜਾ ਸ਼ਿਵਨਾਭ ਚਕੋਰ ਬਣ ਕੇ ਨਿਤ ਉਡੀਕਦਾ ਏ। ਬਿਰਦ ਸੁਣਿਓ ਮੈਂ ਦੀਨ ਦਿਆਲਾ, ਜਾਂ ਤੇ ਆਸਾ ਕਰੂੰ ਬਿਸਲਾ। 1 ਮਹੀਨਾ ਬਤੀਤ ਹੋ ਗਿਆ, ਅਜੇ ਤੱਕ ਕਿਤੇ ਕੋਈ ਸਿਰਨਾਵਾ ਨਹੀਂ, ਕੋਈ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦਾ ਸੁਨੇਹਾ ਨਹੀਂ। ਅਰਦਾਸਾਂ ਕਰਦਾ ਪਾਤਸ਼ਾਹ, ਤੇਰਾ ਬਿਰਦ ਹੈ, ਤੂੰ ਆਪਣੇ ਪਿਆਰਿਆਂ ਨੂੰ ਸੰਭਾਲਦਾ, ਤੂੰ ਆਪਣੇ ਪਿਆਰਿਆਂ ਸਿੱਖਾਂ ਨੂੰ ਕਦੇ ਰੋਣ ਨਹੀਂ ਦਿੰਦਾ, ਕਦੇ ਉਹਨਾਂ ਨੂੰ ਰੋਣ ਨਹੀਂ ਦਿੰਦਾ, ਉਹ ਤੇਰੀ ਯਾਦ ਵਿੱਚ ਕਦੇ ਦੁਖੀ ਨਹੀਂ ਹੁੰਦੇ। ਮੈਂ ਇਹ ਅਰਦਾਸ ਕਰਦਾ ਪਾਤਸ਼ਾਹ, ਬਿਰਦ ਸੰਭਾਲ ਲੈ ਆਪਣਾ। ਜੋ ਤੇਰੇ ਦਰ ਤੇ ਆਉਂਦਾ ਤੁਸੀਂ ਚੁੱਕ ਕੇ ਗਲ ਨਾਲ ਲਾ ਲੈਂਦੇ ਹੋ, ਪਰ ਸਾਹਿਬਾ ਬੜਾ ਲੰਮਾ ਸਮਾਂਗੇ। ਕਿਉਂਕਿ ਮਨਸੁਖ ਸ਼ਾਹੂਕਾਰ ਨੇ ਕਿਹਾ ਸੀ, ਨਿਸ਼ਚਾ ਰੱਖੀ, ਅਟਲ ਵਿਸ਼ਵਾਸ ਰੱਖੀ, ਜੋ ਮਰਜ਼ੀ ਹੋ ਜਾਏ, ਦੇਰ ਹੋ ਸਕਦੀ ਹੈ, ਉਸ ਰੱਬ ਦੇ ਘਰ ਵਿੱਚ ਹਨੇਰ ਨਹੀਂ ਹੈ, ਇੱਕ ਦਿਨ ਜ਼ਰੂਰ ਆਉਣਗੇ। ਕਹਿੰਦੇ ਅਜੇ ਵੀ ਆਸ ਬੱਝੀ ਹੋਈ ਹੈ, ਆਸ ਉੱਤੇ ਹੀ ਵਿਸ਼ਵਾਸ ਹੈ, ਆਸ ਕਰਕੇ ਹੀ ਜੀਵਨ ਚੱਲਦਾ ਹੈ। ਪਰ ਜੇ ਆਸ ਚੰਗੇ ਪਾਸੇ ਹੋਵੇ ਤੇ ਜੀਵਨ ਉੱਚਾ ਹੋ ਜਾਂਦਾ ਹੈ। ਆਸਾਂ ਰੱਖ ਲਈਏ ਮਾੜੇ ਕੰਮਾਂ ਦੇ ਵਿੱਚ ਤੇ ਕਈ ਵਾਰ ਉਹ ਮਾੜੀਆਂ ਆਸਾਂ ਬੰਦੇ ਨੂੰ ਲੈ ਜਾਂਦੀਆਂ। ਗੁਰੂ ਨਾਨਕ ਸਾਹਿਬ ਜੀ ਦੇ ਪਿਆਰ ਵਿੱਚ ਭਿੱਜਿਆ, ਕਹਿੰਦਾ ਮਹਾਰਾਜ ਮੇਰਾ ਚਿੱਤ ਕਰਦਾ ਤੈਨੂੰ ਮਿਲਾਂ, ਪਰ ਮਿਲੋਗੇ ਉਸ ਦਿਨ ਜਿੱਦਣ ਤੁਹਾਡਾ ਵੀ ਚਿੱਤ ਕਰੇਗਾ। ਕੋ ਸਤਨਾਮ, ਮੇਰੇ ਇਕੱਲੇ ਚਿੱਤ ਨਾਲ ਕੀ ਹੋਣਾ? ਮੈਂ ਤੇ ਨਿਤ ਆਪਣੇ ਮਹਿਲ ਵਿੱਚ ਬਹਿ ਕੇ, ਭੁੱਜੇ ਬਹਿ ਕੇ ਤੁਹਾਨੂੰ ਯਾਦ ਕਰਦਾ। ਗੱਲ ਤੇ ਉਦੋਂ ਵੱਡੀ ਹੋਣੀ ਹੈ ਜਿੱਦਣ ਤੁਸੀਂ ਯਾਦ ਕਰੋਗੇ। ਅਸ ਪ੍ਰਕਾਰ ਭੂਪਤ ਅਬਲਖ,
ਦਿਨ ਪ੍ਰਤ ਬਦਤ ਬਿਟਪ ਜਿਉ ਸਾਖਾ। ਇਸੇ ਤਰ੍ਹਾਂ ਰਾਜਾ ਸ਼ਿਵ ਨਾਮ ਪਿਆਰ ਚ ਝੱਲਾ ਹੋਇਆ ਦਿਨ ਰਾਤ ਬੇਸੁੱਧ ਹੋ ਜਾਂਦਾ, ਬੇਹੋਸ਼ ਹੋ ਜਾਂਦਾ ਹੈ। ਭੁੱਖ ਪਿਆਸ ਸਤਾਉਂਦੀ ਨਹੀਂ, ਗੁਰੂ ਦਾ ਪ੍ਰੇਮ ਸਤਾਉਂਦਾ, ਸਤਿਗੁਰ ਦੇ ਦੀਦਾਰ ਸਤਾਉਂਦੇ ਆ। ਰਾਣੀਆਂ ਨੂੰ ਚਿੰਤਾ ਹੋ ਗਈ, ਸ਼ਾਇਦ ਰਾਜੇ ਨੇ ਬਚਣਾ ਹੀ ਨਹੀਂ, ਖਾਂਦਾ ਪੀਂਦਾ ਕੁਝ ਨਹੀਂ, ਕੋਈ ਰੋਗ ਲੱਗ ਗਿਆ ਹੋਣਾ। ਵੈਦ ਆਉਂਦੇ ਆ, ਹਕੀਮ ਆਉਂਦੇ ਆ, ਕੋਈ ਰੋਗ ਸਮਝ ਵਿੱਚ ਨਹੀਂ ਆਉਂਦਾ। ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਪਰ ਅਸਲ ਜਿਹੜਾ ਰੋਗ ਸੀ ਵਿਛੋੜੇ ਦਾ, ਉਹ ਤੇ ਜਾਣਦਾ ਹੀ ਕੋਈ ਨਹੀਂ ਸੀ, ਉਹ ਕਿਸੇ ਨੂੰ ਨਹੀਂ ਸੀ ਪਤਾ। ਪਰ ਰਾਜੇ ਦੀ ਕਹਿੰਦੇ ਆਸ ਏਦਾਂ ਵੱਧਦੀ ਹੈ ਜਿਵੇਂ ਬੋਹੜ ਦੇ ਰੁੱਖ ਦੀਆਂ ਸ਼ਾਖਾਂ ਵੱਧਦੀਆਂ ਨਾ, ਜੜਾਂ ਉਹ ਲੰਬੀਆਂ ਲੰਬੀਆਂ ਧਰਤੀ ਤੇ ਆਉਂਦੀਆਂ ਤੇ ਜੜਾਂ ਬਣ ਜਾਂਦੀਆਂ ਨੇ, ਉਹਦੀ ਛਾਲ, ਉਹਦੀਆਂ ਮੁੱਛਾਂ। ਉਹ ਇੱਕ ਆਸ ਹੈ, ਕਿਉਂਕਿ ਬੋਹੜ ਦਾ ਰੁੱਖ ਇਸੇ ਕਰਕੇ ਵੱਡਾ ਤੇ ਪੁਰਾਣਾ ਹੁੰਦਾ ਜਾਂਦਾ ਹੈ, ਜਿੰਨੀਆਂ ਉਹਦੀਆਂ ਸ਼ਾਖਾਂ ਵੱਧਦੀਆਂ ਉਨੀਆਂ ਜੜਾਂ ਮਜ਼ਬੂਤ ਹੁੰਦੀਆਂ। ਹੁਣ ਇੱਥੇ ਰਾਜਾ ਸਤਿਗੁਰਾਂ ਨੂੰ ਜਿੰਨਾ ਚੇਤੇ ਕਰਦਾ ਹੈ ਉਹ ਟੁੱਟਦਾ ਨਹੀਂ ਹੈ, ਉਹਨਾਂ ਗਹਿਰਾ ਹੋਈ ਜਾਂਦਾ ਹੈ, ਉਹਨਾਂ ਭਿੱਜੀ ਜਾ ਰਿਹਾ ਹੈ। ਕਹਿੰਦਾ ਮਾਲਕਾ, ਬੇਸ਼ੱਕ ਬੋਹੜ ਦੇ ਬੀਜ ਦਾ ਦਾਣਾ ਬੜਾ ਛੋਟਾ ਹੁੰਦਾ ਹੈ, ਪਰ ਦਾਣਾ ਬੀਜਿਆ ਜਾਵੇ ਤੇ ਰੁੱਖ ਬਹੁਤ ਵੱਡਾ ਹੁੰਦਾ ਹੈ। ਇਹ ਪ੍ਰੇਮ ਦਾ ਬੀਜ ਛੋਟਾ ਬੜਾ ਏ, ਪਰ ਜਿਸ ਮਨ ਹਿਰਦੇ ਵਿੱਚ ਬੀਜਿਆ ਜਾਵੇ, ਉਸ ਮਾਨੇ ਉੱਤੇ, ਤਾਨੇ ਉੱਤੇ, ਤਾਨੇ ਉੱਤੇ ਪ੍ਰੇਮ ਆਪਣਾ ਕਬਜ਼ਾ ਜਮਾ ਲੈਂਦਾ। ਸਤਿਨਾਮ। ਫਿਰ ਸਭ ਕੁਝ ਉਸੇ ਦਾ ਦਿਸਦਾ ਏ, ਜਹ ਜਹ ਵੇਖੋ ਤਹ ਹਜ਼ੂਰ, ਦੂਰ ਕਦ ਹੋ ਨਾ ਜਾਈ। ਐ ਮੇਰੇ ਹਜ਼ੂਰ ਸੱਜਣ ਪਾਤਸ਼ਾਹ, ਮੈਂ ਜਿੱਥੇ ਵੇਖਦਾ ਮੈਨੂੰ ਤੂੰ ਦਿਸਦਾ ਹੈ, ਮੈਨੂੰ ਤੂੰ ਚੇਤੇ ਆਉਣਾ ਹੈ, ਮੈਨੂੰ ਨਜ਼ਰ ਆਉਣਾ ਹੈ। ਹਰ ਸਾਹ ਦੇ ਨਾਲ ਗੁਰੂ ਨਾਨਕ ਸਾਹਿਬ ਨੂੰ ਚੇਤੇ ਕਰਦਾ ਹੈ। ਇੰਨੇ ਪਿਆਰ ਚ ਭਿੱਜਿਆ ਹੋਇਆ ਰੋ ਰੋ ਕਮਲਾ ਹੁੰਦਾ ਏ। ਰੈਣ ਵਿਖੇ ਨਿੰਦਰਾ ਜਿਨ ਤਿਆਗੇ, ਦਿਨ ਮੈਂ ਭੂਖ ਪਿਆਸਾ ਭਾਗੀ। ਉਹ ਸਾਰਾ ਰਾਜ ਮਹਿਲ ਚਿੰਤਤ ਰਹਿੰਦਾ ਏ, ਕਿਉਂਕਿ ਰਾਤ ਭਰ ਅਸਮਾਨ ਦੇ ਤਾਰੇ ਗਣਦਾ ਰਹਿੰਦਾ, ਛੱਤ ਤੇ ਉਡੀਕਾਂ, ਪ੍ਰੇਮ ਦੀਆਂ ਉਡੀਕਾਂ, ਨੀਂਦ ਨਹੀਂ ਆਉਂਦੀ। ਵੈਦ ਹਕੀਮ ਦਵਾਈਆਂ ਦਿੰਦੇ ਨੇ, ਬੂਟੀਆਂ ਦਿੰਦੇ ਨੇ ਵੀ ਸ਼ਾਇਦ ਰਾਜੇ ਨੂੰ ਜੇ 2 ਘੜੀ ਨੀਂਦ ਆ ਜੇ ਤੇ ਸੰਤੁਸ਼ਟ ਹੋ ਜੇ, ਤੰਦਰੁਸਤ ਹੋ ਜੇ। ਇਹ ਰਾਤ ਭਰ ਸੌਂਦਾ ਨਹੀਂ। ਇੱਕ ਐਸਾ ਪ੍ਰੇਮ ਹੈ ਜੋ ਰਾਤਾਂ ਨੂੰ ਜਗਾਉਂਦਾ ਹੈ। ਰਾਜੇ ਦਾ ਕਿਸੇ ਥਾਂ ਤੇ ਚਿੱਤ ਨਹੀਂ ਲੱਗਦਾ, ਦਿਲ ਨਹੀਂ ਲੱਗਦਾ, ਆਪਣੇ ਧੀ ਪੁੱਤ ਪਤਨੀ ਪਰਿਵਾਰ ਉਹ ਕਿਸੇ ਨੂੰ ਵੇਖਦਾ ਹੀ ਨਹੀਂ, ਬੁਲਾਉਂਦਾ ਹੀ ਨਹੀਂ। ਕਹਿੰਦੇ ਬਸ ਜੇ ਕਮਰੇ ਵਿੱਚ ਬੈਠਾ ਹੈ ਤੇ ਛੱਤ ਦੇ ਨਾਲ ਹੀ ਦੇਖੀ ਜਾਂਦਾ, ਕੰਧ ਨਾਲ ਢੋ ਲਾ ਕੇ ਬੈਠਾ ਰਹਿੰਦਾ। ਕਿੰਨਾ ਕਿੰਨਾ ਸਮਾਂ ਦਿਨ ਚੜ ਜਾਂਦਾ, ਰਾਤ ਹੋ ਜਾਂਦੀ ਹੈ, ਨਹਾਉਣਾ ਭੁੱਲ ਗਿਆ, ਕੱਪੜੇ ਪਾਉਣੇ ਵਿਸਰ ਗਏ ਨੇ, ਬਸ ਉਹੀ ਕੱਪੜੇ ਪਾਏ ਰਾਜੇ ਦੇ। ਕਹਿੰਦੇ ਰਾਜੇ ਦੀ ਇਹ ਹਾਲਤ ਜ਼ਮਾਨੇ ਲਈ ਦੁਰਦਸ਼ਾ ਬਣ ਗਈ। ਲੋਕੀ ਕਹਿੰਦੇ ਰਾਜੇ ਨੇ ਨਹੀਂ ਬਚਣਾ, ਇਹਨੇ ਮਰ ਹੋ ਜਾਣਾ ਹੈ, ਕਿਉਂ ਨਾ ਇਹਦੇ ਪੁੱਤ ਨੂੰ ਰਾਜਗੱਦੀ ਤੇ ਬਿਠਾ ਦਈਏ। ਕਿਉਂਕਿ ਇਸ਼ਕ ਦੀ ਹਾਲਤ, ਪ੍ਰੇਮ ਦੀ ਹਾਲਤ ਮਰਿਆ ਤੋਂ ਬਦਤਰ ਹੁੰਦੀ ਹੈ। ਅੱਜ ਰਾਜੇ ਦੀ ਇਹ ਹਾਲਤ ਕਹਿੰਦੇ ਹੱਡੀਆਂ ਦਾ ਪਿੰਜਰ ਬਣ ਗਿਆ, ਕੰਕਾਲ ਬਣ ਗਿਆ। ਦੇਖਣ ਵਾਲਾ ਵੀ ਰਾਜੇ ਤੇ ਤਰਸ ਕਰਦਾ ਏ। ਪ੍ਰੇਮ ਅਦਹਰ ਜੀਵਨ ਜਿਹ ਕੋ, ਲੋਚਨ ਚਲਤ ਰਹਿਤ ਜਲ ਤਿਹ ਕੋ। ਹਰ ਵੇਲੇ ਅੱਖੀਆਂ ਚੋਂ ਹੰਝੂ, ਅੱਖਾਂ ਭਰੀਆਂ ਰਹਿੰਦੀਆਂ ਨੇ, ਭੁੱਖ ਲੱਗਦੀ ਕੋਈ ਨਹੀਂ। ਜੇ ਕੋਈ ਪੁੱਛਦਾ ਰਾਜਨ ਰੋਟੀ ਖਾ ਲਾ, ਤੇਰਾ ਆਸਰਾ ਰੋਟੀ ਜ਼ਿੰਦਗੀ ਦਾ, ਉਹ ਕਹਿੰਦਾ ਨਹੀਂ ਪ੍ਰਭ ਜੀਓ, ਤੂੰ ਮੇਰੋ ਪ੍ਰਾਣਿਆ ਦਾ, ਮੇਰੀ ਜ਼ਿੰਦਗੀ ਮੇਰੀ ਜਾਨ ਦਾ ਆਸਰਾ ਮੇਰਾ ਸੱਜਣ ਪਿਆਰਾ ਸਤਿਗੁਰੂ ਹੈ। ਉਹਦੇ ਤੋਂ ਬਗੈਰ ਮੇਰਾ ਕੋਈ ਸਹਾਰਾ ਨਹੀਂ ਹੈ। ਜਦ ਤੱਕ ਮੇਰਾ ਸਹਾਰਾ ਮੇਰੇ ਕੋਲ ਨਹੀਂ ਆਉਂਦਾ, ਰਾਜੇ ਨੇ ਪ੍ਰਣ ਕਰ ਲਿਆ ਵੀ ਮੈਂ ਚੱਜ ਨਾਲ ਕੁਝ ਖਾਣਾ ਪੀਣਾ ਨਹੀਂ, ਖਾਏ ਤੇ ਤਾਂ ਜੇ ਚੰਗਾ ਲੱਗੇ। ਵਿਛੋੜਾ ਐਸਾ ਹੈ, ਗੁਰਬਾਣੀ ਲਿਖਦੀ ਹੈ ਵਿਛੋੜਾ ਸੁਣੈ ਦੁੱਖ, ਬਿਨ ਡਿਠੇ ਮਰਿਓਦ, ਬਾਜ ਪਿਆਰੇ ਆਪਣੇ ਬਿਰਹੀ ਨਾ ਦਿਓ। ਕਹਿੰਦੇ ਆਪਣੇ ਪਿਆਰੇ ਸੱਜਣ ਤੋਂ ਬਿਨਾ ਵਿਛੋੜੇ ਵਿੱਚ ਜੀਆ ਨਹੀਂ ਜਾਂਦਾ। ਜਦੋਂ ਇਹ ਹਾਲਤ ਰਾਜੇ ਦੀ ਹੋਵੇ, ਵੈਦ ਹਕੀਮ ਆ ਕੇ ਕਾਉਂਸਲਿੰਗ ਕਰਦੇ ਆ, ਪੁੱਛਦੇ ਆ ਕੋਈ ਬੁਰਾ ਸੁਪਨਾ ਤੇ ਨਹੀਂ ਆਇਆ ਰਾਜਨ ਨੂੰ, ਕਿਸੇ ਮੰਤਰੀ ਨੇ, ਕਿਸੇ ਰਾਜੇ ਨੇ ਤੁਹਾਨੂੰ ਕੋਈ ਬੁਰੀ ਗੱਲ ਤੇ ਨਹੀਂ ਆਖੀ ਜੋ ਸਦਮਾ ਲਾ ਬੈਠੇ ਹੋ? ਉਹ ਕਹਿੰਦਾ ਨਹੀਂ, ਮੈਨੂੰ ਕੋਈ ਦੁੱਖ ਨਹੀਂ। ਜਿਸ ਦਿਨ ਦਾ ਮੈਂ ਇਸ ਹਾਲਤ ਵਿੱਚ ਆਇਆ, ਬੇਸ਼ੱਕ ਵਿਛੋੜੇ ਵਿੱਚ ਤੜਫਦਾ, ਪਰ ਮੇਰੀ ਜ਼ਿੰਦਗੀ ਬਿਹਤਰੀਨ ਹੈ। ਮੈਂ ਖੁਸ਼ ਬੜਾ,
मैनू उस रब प्यारे नूं मिलण दी आस है। इस आस ते 36 जुग तप कीता भगत फरीद जी ने उस प्यारे नूं मिलण वास्ते। ते बाणी की कहती है, अजे सो रब ना बावड़ियो देख बंदे के भाग। 24 साल तप करया तो रब ना मिलया, गल 36 ते आ गई। कहते अजे देखो बंदे दे भाग, रब बावड़िया ही नहीं। राजा शिवनाथ सतगुरां दे प्यार विच दिन रात बतीत करदा है, नानक नानक जपदा है, धुर की बाणी कंठ होवे। लोकी यही कहते हैं, कहते मनसुख शाहूकार आया सी रोटी बना गया। हुण दुनिया दूजे पासे पता नहीं वो किहड़े फकीर दी गल ला गया, इहनूं किहड़ी गल ला गया है। ये हर वेले नानक नानक जपदा है। तक दिवस अस भांत बिताए, जिह की जागे भाग सुहाए। जिस राजे दे भाग जाग गए ने, भाग जागे कि यह निशानी मिठी लागी प्रभु की बाणी। ਅਸੀਂ ਕਹਿੰਦੇ ਨਾ ਸਾਡੇ ਭਾਗ ਨਹੀਂ ਜਾਗੇ, ਸਾਡੇ ਭਾਗ ਜਾਗਣ ਦੀ ਨਿਸ਼ਾਨੀ ਉਹ ਹੋਏਗੀ ਸਾਨੂੰ ਚਾਹ ਚੜ੍ਹਨਾ ਬਾਣੀ ਸੁਣਨ ਦਾ, ਬਾਣੀ ਪੜ੍ਹਨ ਦਾ, ਰੱਬ ਦੀ ਗੱਲ ਸੁਣਨ ਦਾ। ਜਿੱਦਣ ਚਾਹ ਜਾਗਿਆ ਤੇ ਸਮਝੋ ਭਾਗ ਜਾਗੇ, ਕਿਰਪਾ ਹੋ ਰਹੀ ਹੈ। ਮਨਸੁਖ ਸ਼ਾਹੂਕਾਰ ਨੂੰ ਬੜੇ ਧਾਰਮਿਕ ਲੋਕ ਬਹਿ ਕੇ ਸਮਝਾਉਂਦੇ ਆ, ਕਹਿੰਦੇ ਰਾਜਨ ਜਿਹਨੂੰ ਤੂੰ ਚੇਤੇ ਕਰਦਾ ਨਾ ਉਹ ਕੁਝ ਨਹੀਂ ਜਾਣਦਾ, ਉਹ ਨਹੀਂ ਆ ਸਕਦਾ। ਛੱਡ ਖਿਆਲ, ਛੱਡ ਖਹਿੜਾ, ਐਡਾ ਵੱਡਾ ਤੂੰ ਰਾਜਾ ਹੈ, ਜਮਾਨਾ ਤੇਰਾ ਪਾਣੀ ਭਰਦਾ, ਤੂੰ ਕਿਹੜੇ ਫਕੀਰ ਲਈ ਝੱਲਾ ਹੋਇਆ ਫਿਰਦਾ। ਕਹਿੰਦਾ ਨਾ, ਮੇਰੇ ਸੱਜਣ ਬਾਰੇ ਕੋਈ ਮੰਗੜਾ ਬੋਲ ਨਾ ਬੋਲ, ਉਹ ਆਵੇ ਜਾਂ ਨਾ ਆਵੇ ਮੈਂ ਨਿੱਤੀ ਉਡੀਕਣਾ ਏ। ਦੋਹਰਾ ਸ਼੍ਰੀ ਗੁਰ ਪਗ ਸੁਰ ਤਰ ਸਰਸ, ਸਰਬਦਾ ਮੰਗਲ ਖਾਨ। ਦਾਰਦ ਬਿਗਨ ਨਾ ਵਿਆਪਈ, ਬਸੈਰ ਦੇ ਗਤ ਦਾਨ। ਕਵੀ ਸੰਤੋਖ ਸਿੰਘ ਜੀ ਅਗਲੇ ਪ੍ਰਸੰਗ ਦੀ ਆਰੰਭਤਾ ਕਰਦੇ ਆ, ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਮੈਂ ਮੰਗਲ ਕਰਕੇ ਅਰਦਾਸ ਕਰਦਾ, ਪਾਤਸ਼ਾਹ ਮੇਰੇ ਹਿਰਦੇ ਵਿੱਚ ਕਦੇ ਵਿਘਨ ਨਾ ਆਵੇ, ਵਿਘਨ ਨਾ ਪਊ ਲੱਗਦਾ। ਉਹਨੂੰ ਲੱਗਣਾ ਕੀ ਹੈ? ਜਿਹਦੀ ਰੱਬ ਅੱਗੇ ਅਰਦਾਸ ਹੋਵੇ, ਜਿਹਦੀ ਬਿਰਤੀ ਪਰਮਾਤਮਾ ਨਾਲ ਜੁੜੀ, ਉਹਨੂੰ ਦੁਖੀ ਕਰ ਸਕਦਾ ਕੋਈ? ਕਵੀ ਜੀ ਦੀ ਇਹ ਮਹਾਨਤਾ ਹੈ, ਜਿਹੋ ਜਿਹਾ ਪ੍ਰਸੰਗ ਹੁੰਦਾ ਹੈ ਉਹਦੇ ਵਿੱਚ ਉਹੋ ਜਿਹਾ ਮੰਗਲਾਚਰਨ ਕਰਦੇ ਆ, ਉਸ ਪ੍ਰੇਮ ਨਾਲ ਕਰਦੇ ਆ। ਕਿਉਂਕਿ ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬਾਂ ਦੇ ਨਾਲ ਜੇ ਕੋਈ ਸਾਡਾ ਰਿਸ਼ਤਾ ਤੇ ਉਹ ਰਿਸ਼ਤਾ ਪ੍ਰੇਮ ਦਾ ਏ। ਸਿੱਖ ਦਾ ਪ੍ਰੇਮ ਜਿੰਨਾ ਸੱਚਾ ਹੋਏਗਾ ਉਨਾ ਗਹਿਰਾ ਹੋਏਗਾ। ਦੁਨਿਆਵੀ ਰਿਸ਼ਤਿਆਂ ਦੇ ਵਿੱਚ ਪ੍ਰੇਮ ਨਫ਼ਰਤ ਬਣ ਜਾਂਦਾ ਹੈ, ਰੱਬ ਦੇ ਰਿਸ਼ਤੇ 'ਚ ਪ੍ਰੇਮ ਪ੍ਰੇਮ ਬਣਦਾ ਜਾਂਦਾ ਹੈ। ਪ੍ਰੇਮ ਇੱਕ ਰੋਗ ਬਣ ਜਾਂਦਾ ਹੈ, ਰੋਗ ਤੋਂ ਫਿਰ ਦਵਾਈ ਬਣ ਜਾਂਦਾ ਹੈ, ਦਵਾਈ ਤੋਂ ਬਾਅਦ ਉਹ ਭੋਗ ਮੋਗ ਬਣ ਜਾਂਦਾ ਹੈ। ਰੱਬ ਦੇ ਘਰ ਦਾ ਪ੍ਰੇਮ। ਕਹਿੰਦੇ ਰਾਜੇ ਸ਼ਿਵਨਾਥ ਦੀ ਗੱਲ ਕਿਸੇ ਨੂੰ ਸਮਝ ਨਹੀਂ ਆਉਂਦੀ, ਲੋਕ ਬਹਿ ਕੇ ਸਮਝਾਉਂਦੇ ਆ, ਕਹਿੰਦੇ ਰਾਜਨ ਛੱਡ ਦੇ ਉਡੀਕਾਂ, ਤੂੰ ਜਿਹਨੂੰ ਉਡੀਕਦਾ ਕੀ ਪਤਾ ਤੈਨੂੰ ਉਡੀਕਦਾ ਜਾਂ ਨਹੀਂ। ਜਿਸ ਨਾਨਕ ਸਤਿਗੁਰੂ ਨੂੰ ਤੂੰ ਚੇਤੇ ਕਰਦਾ ਹੈ ਉਹ ਕੀ ਪਤਾ ਉਹਨੂੰ ਚਿੱਤ ਚੇਤੇ ਵੀ ਨਾ ਹੋਵੇ। ਕਹਿੰਦਾ ਨਹੀਂ, ਮਨਸੁਖ ਸ਼ਾਹੂਕਾਰ ਮੈਨੂੰ ਦੱਸ ਕੇ ਗਿਆ ਉਹ ਸੱਜਣ ਨੂੰ ਬੁਲਾਉਣ ਦੀ ਲੋੜ ਹੈ, ਅੰਦਰੋਂ ਆਪੇ ਦੌੜ ਕੇ ਆਉਂਦਾ ਏ। ਸ਼੍ਰੀ ਬਲ ਸੰਧਰਵਾਚ ਚੋਪਈ, ਜਬੈ ਬਹੁਤ ਭੂਪਤ ਅਨਰਾਗਾ। ਰੰਗਿਓ ਪ੍ਰੇਮ ਰੰਗ ਵਡ ਭਾਗਾ। ਇਹ ਕਥਾ ਭਾਈ ਬਾਲਾ ਜੀ ਬੜੇ ਪਿਆਰ 'ਚ ਭਿੱਜ ਕੇ ਅੱਖਾਂ 'ਚੋਂ ਨੀਰ ਵਹਾ ਕੇ ਸੁਣਾ ਰਹੇ ਨੇ। ਗੁਰੂ ਅੰਗਦ ਦੇ ਪਾਤਸ਼ਾਹ ਜੀ ਭੁੱਖੇ ਹੋ ਗਏ, ਇੰਨੇ ਪਿਆਰ 'ਚ ਭਿੱਜੇ ਨਾ। ਜਦ ਕਿਤੇ ਗੁਰੂ ਨਾਨਕ ਸਾਹਿਬ ਦੀ ਗੱਲ ਚੱਲਦੀ, ਗੁਰੂ ਅੰਗਦ ਦੇ ਮਹਾਰਾਜ ਜੀ ਦੇ ਨੈਣਾਂ ਵਿੱਚੋਂ ਸੌਣ ਦੀਆਂ ਝੜੀਆਂ ਲੱਗ ਜਾਂਦੀਆਂ, ਪਰਸੌਤਾਂ ਹੋ ਜਾਂਦੀਆਂ ਨੇ। ਕਹਿੰਦੇ ਬੜੇ ਪਿਆਰ 'ਚ ਭੇਜੇ ਸਤਿਗੁਰ ਸੁਣ ਰਹੇ ਆ। ਭਾਈ ਬਾਲਾ ਜੀ ਕਹਿੰਦੇ ਪਾਤਸ਼ਾਹ ਉਹ ਰਾਜੇ ਦੇ ਪਿਆਰ ਦਾ ਰੰਗ ਚੜਦਾ ਉਹਦੇ ਕਈ ਸੇਵਕਾਂ ਨੂੰ ਚੜ ਗਿਆ। ਰੰਗ ਹੈ ਪ੍ਰੇਮ ਦਾ, ਜਦੋਂ ਚੜਦਾ ਨਾ ਕਈਆਂ ਨੂੰ ਚੜਦਾ। ਰੰਗ ਲਾਗਤ ਹੈ ਪ੍ਰਭ ਭਾਗਤ। ਸ਼ਿਵ ਨਾਮ ਰਾਜੇ ਦੀ ਰੰਗਤ ਪ੍ਰੇਮ ਦੀ ਗੁਰੂ ਨਾਨਕ ਸਾਹਿਬ ਵਾਲੀ ਕਈ ਮੰਤਰੀਆਂ ਨੂੰ ਚੜ ਗਈ। ਕਹਿੰਦੇ ਉਹ ਸਿਰ ਚੜ ਕੇ ਪਿਆਰ ਬੋਲਦਾ ਏ। ਸਭ ਸਤਿਗੁਰਾਂ ਨੂੰ ਚੇਤੇ ਕਰਦੇ ਆ। ਕਹਿੰਦੇ ਜਿਸ ਰੱਬ ਨੂੰ ਉਹ ਚੇਤੇ ਕਰਦੇ ਕਿ ਰੱਬ ਚੇਤੇ ਨਹੀਂ ਕਰੂਗਾ, ਉਹ ਸਦਾ ਹੀ ਕਰਦਾ, ਭੁੱਲਿਆ ਕਦੋਂ।
वो तो हर वेले याद रखता है। हुण जदों राजे की हालत ऐसी बन गई, विराग च रहिंदा है, प्रेम च रहिंदा है। प्रेम सच्चा किहड़ा है? सच्चे प्रेम की निशानी है तुसीं जीवन में उदास हो जाओगे, टुट जाओगे जमाने नाल। जिद्दन गुरु नाल इश्क हो गया, सतगुरु नाल प्रेम हो गया ना, धुर की बाणी नाल दिल लगी होगी, फिर उस दिन सिख नूं गुरबाणी तो बिना कुछ नहीं सोचदा। बाणी गाउंदा है, बाणी सुणदा है, बाणी सुणाउंदा है, ते लोग पता की कहंदे आ, कहंदे वड्डा पाठा सिंह बणिया, सारा दिन पाठ ही करी जांदा है, कोई झल्ला होया फिरदा है। लोग उहनूं झल्ला कहंदे आ। जदों रब नाल जुड़िया फिर रब दीआं ही गल्लां सुणदा है, रब बारे ही सुणदा है। राजा शिवनाग वो बड़िया अपने धार्मिक लोगों को कहता, किसी वेद ग्रंथ में गुरु नानक साहब का जिक्र है? किसी पंडित ने कहा, कहते हाँ जी भविख पुराण में लिखिया तो होया, निशानियां भी दसियां। उन्हें मन सुख दीयां गल्लां डैरी खोल के चेते कीता, वेदी कोल? कहते हाँ वेदी कोल लिखी हुई है। पश्चिम का इलाका लिखिया, लहंदे वाले पासे जो जो वेखिया, जो जो सुनिया, हुण पक्का हो गया भी जिस सज्जण के चेते विच मैं बैठा वो सचमुच परमात्मा है, वो सच्ची बहुत प्यारा महबूब है। राजे की कहते दिल लगी वादी जावे, वादी जावे, ज्यों ज्यों प्यार वधे त्यों त्यों राजा कमजोर। शरीर ते असर पैंदा है, तुहाडी हर एक्टिविटी का असर तुहाडी बॉडी ते, तुहाडे मन ते है, तुहाडे इखलाक के उत्ते है। जिद्दन हिरदा सच्चा ते उदास हो जाएगा ना, शरीर भावे सुकिया होएगा पर वो शरीर चुस्त फुर्त तंदुरुस्त होएगा। ते जिहदा मन मैला है वो उन्ना मोटापे का शिकार होगा। ये नोट करियो, डिप्रेशन वाला बंदा बहुता सुखदा नहीं हुंदा, मोटा ही हो जाता है। लोग कहते थे हेल्दी बड़ा भाई, तंदुरुस्त बड़ा, नहीं। तो राजा कहते सुख के पिंजरा हो गया, तुरया नहीं जाता, बहुता बोलिया नहीं जाता, पर आस भी टुटी है। आस एडी पक्की, ज्यों ज्यों लोग तोड़ देंगे त्यों त्यों पक्का हुंदा है। सुनियो श्रवण जो होते फकीरा, केतक ढिग पहुंचे निपतीरा। जो कहते ये गल ना श्रीलंका तो बाहर आई भी राजा गुरु नानक साहब दा आशिक हो गया, वो रब नूं चेते करता रहिंदा है। बड़े पखंडियां दे मन च आया भी राजे ने किहड़ा गुरु नानक साहब नूं वेखिया, क्यों ना आपां नानक नाम रख के चली मौजा। जिहदा सेवक राजा बन गया संगला दीप दा, उहनूं काहदी कमी है? कई लालची पखंडी हुण पंडितां ने वेदां 'च पढ़ लिया लिखिया गुरु साहब दे आउण वाले भी कलयुग दे समय 'च रब ने धरती ते नानक नाम रख के आउणा है। ते कुछ इत्थों पता लग गया, विचों दस्सण वाले भी हुंदे आ भी राजा बड़ा वड्डा उपासक है, आशिक है गुरु नानक साहब दे प्रेम दा। बड़ियां दे मन च आया साडे भारत मुल्क तो तुरने शुरू हो गए, इत्थों चल पे गई नानक बन के, केस रखे हुए सारे ने, सादगी के कपड़े पाए आ, जिथे जाते हैं नारायण नारायण करते जाते हैं। उन्हें पता सी उन्हें जिद्दन राजे ने सानू गुरु मान लिया ना, उन्हें रब मान लेना। ते राजे ने कहना रब जी तुसी तखत ते बैठो मैं चरना। वो लालची बंदे सी, धर्म का लिबास पा के नानक बन के संगला दीप आउण लग पए। नामे अपनो नानक धर के, पुर के नरन सुनाए उचर के। जिस वेले रोज प्रेम च भेजिया राजा गुरु नानक साहब की महिमा गाउंदा है, कहते सच्चा रब ते बौड़िया ही ना, आए ही नहीं अजे तक, अजे इस रब ना बौड़े। ते मेरे वर्गे ठग पा के चिट्टे काले कपड़े पहुंचने शुरू हो गए। सिद्धा राजे कोल कोई नहीं जाता, बाहर जाके बाग 'च बह जाते आ। पिंड के लोगों को शहर के इकट्ठिया करके एक का चमचा रखिया होंदा, कहते आ ले सतगुरु नानक ये आए ने तारन वास्ते। कहते जो राजे कोल गल आउंदी राजा बड़ा खुश होता भी जिस महबूब नूं मैं चेते करदा सचमुच मेरे नेड़े आया। चाहते हुंदा ही है ना जिन्होंने चेते करते हैं, जिहदे लई तड़फ रहे हैं, जिन्होंने हर पल ख्याल च रखते हैं, खांदे पींदे सौंदे जागदे जो सुरत च रहिंदा है, कदे वो आ जाए उदों सच्ची दुनिया की सब तो वड्डी खुशी होंदी है। ते राजे नूं खुशी चढ़ी, किसी ने दस्सिया गुरु नानक साहब आए आ, कहंदे कित्थे आ? कहंदे जी बाहर बाग च। कहंदा बाग वड्डे च लाया वो वड्डे बाग च, क्योंकि जे रब आया फिर ते मैं चरण परस के लैके आउणा अपने महलां च। ते लोकां दे विच जी हाहाकार, हुण दुनिया ते तुसीं जो मर्जी कह दो सारा कुछ विकदा इत्थे दुनिया। वो किहड़ी चीज़ आ इत्थे रब दे नाम नूं छड्ड के हुण ते लोक नाम की बेची जांदे। वो केड़ी चीज है, केड़ा रिश्ता है
ਜੋ ਪੈਸਿਆਂ ਦੇ ਬਦਲੇ ਨਹੀਂ ਮਿਲਦਾ। ਦੱਸੋ ਹੈ ਕੁਛ? ਸਿਰਫ ਇੱਕ ਜ਼ਿੰਦਗੀ ਹੈ, ਇੱਕ ਸਵਾਸ ਨੇ, ਪ੍ਰਾਣ ਨੇ, ਜੋ ਮੁੱਲ ਪੈਸੇ ਲਾ ਕੇ ਨਹੀਂ ਮਿਲਦੇ। ਦੁਨੀਆ ਦੀ ਹਰ ਵਸਤੂ ਤੁਸੀਂ ਖਰੀਦ ਸਕਦੇ ਹੋ, ਹਰ ਚੀਜ਼। ਰਿਸ਼ਤੇ ਖਰੀਦ ਲਓ, ਜਿੰਨੇ ਮਰਜ਼ੀ ਖਰੀਦ ਲਓ। ਬਾਜ਼ਾਰਾਂ ਦੇ ਵਿੱਚ ਰਿਸ਼ਤਿਆਂ ਦੀਆਂ ਮੰਡੀਆਂ ਲੱਗੀਆਂ ਹੋਈਆਂ, ਜੋ ਮਰਜ਼ੀ ਰਿਸ਼ਤਾ ਬਣਾ ਲਓ ਦੁਨੀਆ ਦਾ, ਜੋ ਮਰਜ਼ੀ ਲੈ ਆਓ ਘਰੇ, ਜੋ ਮਰਜ਼ੀ ਛੱਡ ਦਿਓ, ਪੈਸੇ ਦੀ ਗੇਮ। ਜਿੱਦਣ ਕੋਈ ਰਿਸ਼ਤਾ ਟੁੱਟਦਾ ਹੈ, ਪਤੀ ਪਤਨੀ ਦਾ ਤਲਾਕ ਹੁੰਦਾ ਹੈ, ਗੱਲ ਕਾਹਦੇ ਤੇ ਮੁੱਕਦੀ ਹੈ ਜੀ? ਸਭ ਕੁਝ ਭੁਲਾ ਕੇ ਕਹਿੰਦੀ 25 ਲੱਖ ਲਊਗੀ, ਮੈਂ ਤੈਨੂੰ ਨਹੀਂ ਜਾਣਦੀ, ਤੂੰ ਮੈਨੂੰ ਨਹੀਂ ਜਾਣਦੀ। ਇਹ ਰਿਸ਼ਤਾ ਜਿੱਦਣ ਰਿਸ਼ਤਾ ਜੁੜਿਆ ਕਹਿੰਦੀ 30 ਲੱਖ ਲੱਗ ਜਾਣਾ ਹੈ, ਅਮਰੀਕਾ ਲੈ ਜਾ। ਪੈਸੇ ਤੇ ਚੱਲਦਾ ਨਾ ਦੁਨੀਆ ਦਾ ਰਿਸ਼ਤਾ। ਹਰ ਰਿਸ਼ਤਾ ਮਾਇਆ ਤੇ ਖੜਿਆ ਜੀ, ਹਰ ਰਿਸ਼ਤਾ ਖਰੀਦਿਆ ਜਾ ਸਕਦਾ ਹੈ। ਇੱਕ ਰੱਬ ਦਾ ਨਾਮ ਹੈ, ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ। ਇਹ ਸੋਨੇ ਚਾਂਦੀ ਪੈਸਿਆਂ ਦੇ ਨਾਲ ਰਿਸ਼ਤਾ ਨਹੀਂ ਖਰੀਦਿਆ ਜਾ ਸਕਦਾ, ਕਿਉਂਕਿ ਸੱਚੇ ਪ੍ਰੇਮ ਦਾ ਰਿਸ਼ਤਾ ਹੈ। ਹੁਣ ਜਦੋਂ ਰਾਜੇ ਨੂੰ ਪਤਾ ਲੱਗਿਆ ਵੀ ਗੁਰੂ ਨਾਨਕ ਸਾਹਿਬ ਆਏ ਆ, ਹੈ ਕਿ ਨਕਲੀ ਸੀ, ਡੁਪਲੀਕੇਟ ਪਾ ਕੇ ਕੱਪੜੇ, ਉਹੋ ਜਿਹਾ ਪਹਿਰਾਵਾ ਜੋ ਰਾਜੇ ਦੀ ਡਾਇਰੀ 'ਚ ਲਿਖਿਆ, ਮਨਸੂਖ ਸ਼ਾਹੂਕਾਰ ਦੱਸ ਕੇ ਗਿਆ, ਇੱਥੇ ਰੱਬ ਬਣ ਕੇ ਆਉਣ ਲੱਗ ਪਏ। ਜਬ ਨਿਜ ਸਰੋਣ ਸੁਣ ਹੈ ਅਵਨੀਪਾ, ਚਲ ਕਰ ਆਵੇਂ ਤਿਨੈ ਸਮੀਪਾ। ਜਦੋਂ ਪਹਿਲੀ ਵਾਰ ਕੋਈ ਨਾਨਕ ਜੀ ਬਣ ਕੇ ਆਇਆ, ਰਾਜਾ ਨੰਗੇ ਪੈਰ ਗਿਆ ਆਪਣੀਆਂ ਰਾਣੀਆਂ ਦੇ ਸਮੇਤ, ਆਇਆ ਜੀ ਮੱਥਾ ਟੇਕਿਆ। ਪਰ ਇੱਕ ਸ਼ਰਤ ਸੀ ਅੰਦਰ, ਮਨਸੂਖ ਕਹਿ ਕੇ ਗਏ ਸੀ ਵੀ ਜਿੱਦਣ ਸਤਿਗੁਰ ਆਉਣਗੇ ਨਾ, ਤੈਨੂੰ ਤੇਰਾ ਨਾਮ ਲੈ ਕੇ ਤੇਰੇ ਦਿਲ ਦੀ ਗੱਲ ਕਹਿ ਕੇ ਬੁਲਾਉਣਗੇ। ਰਾਜਾ ਮੱਥਾ ਟੇਕ ਕੇ ਕੋਲ ਬਹਿ ਜਾ ਕਰੇ, ਜਿਵੇਂ ਮੱਖਣ ਸ਼ਾਹ ਲਬਾਣੀ ਨੇ ਕੀਤਾ ਸੀ ਕਿ ਮੈਂ ਇੰਡੀਆ ਨੂੰ ਮੱਥਾ ਟੇਕ ਆਇਆ, ਕੋਈ ਹੈ ਕਿ ਹੈ ਨਹੀਂ ਉੱਤੇ ਲਵਾ ਦੇਣਾ। ਹਰੇਕ ਨੂੰ ਪੰਜ ਮੋਹਰਾਂ ਪਾਇਆ ਕਰਨ ਸਰੂਪਾ, ਬੋਲੇ ਸੋ ਨਿਹਾਲ। ਮਹਾਂਪੁਰਖ ਆਏ ਨੇ, ਬਹੁਤ ਵੱਡਾ ਦਾਨੀ ਹੈ ਜੀ, ਸਰੂਪਾ ਪਾਇਆ, ਪੰਜ ਮੋਹਰਾਂ ਲਈਆਂ, ਚੱਲ ਲੱਗੇ ਕਰਦੇ ਰਹੇ, ਪਾਈਆਂ ਕੋਲ ਘੁਮਾਇਆ। ਆਖਰਕਾਰ ਪੁੱਛਿਆ ਕੋਈ ਗੁਰੂ ਹੈ? ਕਹਿੰਦੇ ਹੈ ਗੁਰੂ ਤੇਗ ਬਹਾਦਰ ਸਾਹਿਬ, ਤੇਗਾ ਜੀ ਕਹਿੰਦੇ ਆ। ਮੈਂ ਇੱਥੇ ਪੰਜ ਕਮੋਰਾ ਰੱਖੀਆਂ, ਮੱਥਾ ਟੇਕਿਆ, ਮੱਥਾ ਟੇਕ ਕੇ ਮਰਦ ਨਹੀਂ ਬੋਲੇ। ਜਦ ਜਾਣ ਲੱਗਿਆ ਗੁਰੂ ਸਾਹਿਬ ਨੇ ਬਾਹਰ ਫੜ ਲਈ, ਕਹਿੰਦੇ ਝੂਠਿਆ ਕਹਿ ਕੇ 2200 ਗੱਲ ਪੰਜ ਤੇ ਨਿਬੜ ਗਿਆ। ਆਖੋ ਸਤਨਾਮ। ਇਹ ਪ੍ਰੇਮ ਦੀ ਨਿਸ਼ਾਨੀ ਗੱਲ ਹੋਰਾਂ ਦੀ ਥੋੜੀ ਹੈ, ਦਿਲ ਦੀ ਕੀ ਗੱਲ ਹੈ। ਚੱਲ ਮਰਦੇ ਕਹਿੰਦਾ ਬਾਬਾ ਤੂੰ ਹੀ ਰੱਬ ਹੈ, ਆ ਜਾ ਬਾਹਰ। ਤੇ ਇੱਥੇ ਹੁਣ ਰਾਜੇ ਨੇ ਰੱਖਿਆ ਵੀ ਕਦੇ ਕੋਈ ਆ ਜਾਂਦਾ, ਕਦੇ ਕੋਈ ਆ ਜਾਂਦਾ। ਇੱਕ ਵਾਰ ਤੇ ਆਇਆ, ਮੱਥਾ ਟੇਕਣ ਮਿਲਿਆ, ਉਹ ਖਾ ਪੀ ਕੇ ਖੁਸ਼ ਹੋ ਗਏ ਬਾਬੇ, ਵਧੀਆ ਬਦਾਮ। ਉਹ ਲੈ ਰਾਜਾ ਮੱਥੇ ਟੇਕਦਾ, ਰਾਣੀਆਂ ਨਮਸਕਾਰਾਂ ਕਰਦੀਆਂ, ਸਾਨੂੰ ਵੀ ਚਾਹੀਦਾ। ਕਹਿੰਦੇ ਸੰਤਾਂ ਨੂੰ ਵਿਸ਼ਰਾਮ ਦਿਓ ਜੀ, ਸੰਤ ਖੁਸ਼ ਹੋਏ ਕਰਦੇ ਵੀ ਭੁੱਖੇ ਮਰਦੇ ਫਿਰਦੇ ਸੀ, ਮੌਜਾਂ ਹੋਣਗੀਆਂ। ਰਾਜਾ ਮੱਥਾ ਟੇਕ ਕੇ ਗਿਆ, ਦਿਲ ਨੂੰ ਤਸੱਲੀ ਨਾ ਆਈ। ਹਫ਼ਤੇ ਕੁ ਬਾਅਦ ਕਹਿੰਦੇ ਇੱਕ ਗੁਰੂ ਨਾਨਕ ਹੋਰ ਆ ਗਏ। ਬੜੀ ਚਿੰਤਾ, ਕਹਿੰਦੇ ਯਾਰ ਪਹਿਲਾਂ ਵੀ ਆਇਆ ਸੀ, ਕਰਾਬ ਇੱਕ ਹੋਰ ਆ ਗਿਆ। ਹੁਣ ਜਾਣਾ ਤਾਂ ਪੈਂਦਾ ਵੀ ਕਦੇ ਰੋਜ਼ ਉਹੀ ਕੰਮ ਨਾ ਹੋਵੇ ਨਾ, ਵੀ ਸ਼ੇਰ ਆ ਗਿਆ, ਸ਼ੇਰ ਆ ਗਿਆ। ਇੱਕ ਦਿਨ ਸੱਚੀ ਆ ਗਏ ਵੀ ਕਈ ਜਾਂਦੇ ਨਾਨਕ ਜੀ ਆ ਗਏ, ਨਾਨਕ ਜੀ ਆ ਗਏ। ਮੈਂ ਕਿਹਾ ਨਹੀਂ ਜਾਣਾ, ਇੱਕ ਦਿਨ ਸੱਚਮੁੱਚ ਹੀ ਸਤਿਗੁਰ ਆ ਜਾਣ। ਰਾਜਾ ਕਹਿੰਦਾ ਕੋਈ ਗੱਲ ਨਹੀਂ, ਮੇਰਾ ਕੀ ਜਾਂਦਾ, ਬਾਗ ਕਰ ਕੀ ਜਾਣਾ। ਦੂਜੀ ਵਾਰ ਫੇਰ ਕੋਈ ਆਇਆ, ਲੋਕ ਸੇਵਕ ਨਾਲ ਲੈ ਕੇ, ਉਹ ਮੈਂ ਹੱਥਾਂ ਬੰਦ ਕਰੀ ਬੈਠਾ, ਮੱਥੇ ਟਿਕਾਉਂਦਾ। ਲੋਕਾਂ ਦੀ ਤਾਂ ਭੇਡ ਚਾਲ ਆ ਜੀ, ਆ ਤੁਸੀਂ ਰੋਡ ਤੇ ਖੜ ਜਾਓ ਪਾ ਕੇ ਰੰਗ ਬਰੰਗੇ ਜਿਹੇ ਕੱਪੜੇ, 5-7 ਰੱਖ ਲਓ ਚੇਲੇ ਬਾਲ ਕੇ ਨਾਲ। ਬਸ ਇੱਕ ਦੋ ਬੀਬੀਆਂ ਨੂੰ ਕਹਿਣਾ ਵੀ ਇਹ ਬਾਬਾ ਜੀ ਪੂਰੇ ਨੇ, ਇੱਕ ਬਚਨ ਕਹਿ ਦੇਣਾ, ਡਿਪਰੈਸ਼ਨ ਖਤਮ, ਸ਼ੂਗਰ ਖਤਮ, ਬੀਪੀ ਖਤਮ। ਮੈਂ ਕਹਿੰਦਾ ਤੇ ਘੰਟੇ ਬਾਅਦ ਜੇ ਲਾਈਨਾਂ 'ਚ ਵੀ ਧੱਕੇ ਨਾ ਵੱਜਣ ਦੇ ਕਹਿ ਦਿਓ ਆਖੋ ਸਤਨਾਮ। ਦੁਨੀਆ ਇੱਥੇ ਖੜੀ ਆ ਤੇ ਵੀ ਜਿੰਨੇ ਮਰਜ਼ੀ ਐਡਵਾਂਸ ਬਣ ਜਾਓ, ਜਿੰਨੇ ਮਰਜ਼ੀ ਪੜ੍ਹ ਲਿਖ ਜਾਓ, ਤਾਂਤਰਿਕ ਲੋਕਾਂ ਨੂੰ, ਚਲਾਕ ਲੋਕਾਂ ਨੂੰ ਤੁਹਾਡੀਆਂ ਭਾਵਨਾਵਾਂ ਨਾਲ ਖੇਡਣਾ ਆਉਂਦਾ ਹੈ। ਖੇਡ ਨਹੀਂ ਰਹੇ ਆ, ਭੱਜੇ ਫਿਰਦੇ ਆ ਜਿੱਥੇ ਕੋਈ ਦੱਸ ਦੇ ਫਲਾਣਾ ਬਾਬਾ ਇੱਕ ਵਚਨ ਕਰਦਾ ਜੀ, ਸਾਰਾ ਕੁਝ ਹੀ ਪੂਰਾ। ਸਾਡੇ ਮੁੰਡੇ ਨੂੰ ਕਿਹਾ, ਉਹ ਅਮਰੀਕਾ ਪਹੁੰਚ ਗਿਆ, ਆਸਟ੍ਰੇਲੀਆ ਚਲੇ ਗਿਆ, ਬਾਪੇ ਨੇ ਭੇਜਤਾ। ਬਾਪੇ ਨੂੰ ਪੁੱਛੋ ਵੀ ਕਿੰਨੀ ਵਾਰ ਰਿਜੈਕਸ਼ਨ ਹੋਈ ਐਮਬੈਸੀ 'ਚ ਤੇਰੀ, ਆਪਣੇ ਲੋਕਾਂ ਨੂੰ ਭੇਜੀ ਜਾਂਦਾ। ਪੜ੍ਹ ਦਿੰਦਾ ਤੈਨੂੰ, ਤੇਰੇ ਕੋਲ ਤੇ ਮਰ ਜਾਣਾ, ਫੀਸ ਦੇ ਪੈਸੇ ਇਕੱਠੇ ਨਹੀਂ ਹੁੰਦੇ, ਤੂੰ ਲੋਕਾਂ ਨੂੰ ਵਚਨ ਕਰਦਾ ਵੀ ਐਮਬੈਸੀ ਚਲਿਆ ਜਾ, ਤੇਰਾ ਵੀਜ਼ਾ ਲੱਗ ਜਾਊਗਾ। ਕਿੱਡੇ ਵੱਡੇ ਪਖੰਡ ਨੇ। ਹਾਂ ਕੋਈ ਪੂਰਾ ਹੋਵੇ ਤੇ ਗੱਲ ਵੱਖਰੀ ਹੈ। ਕਹਿੰਦੇ ਰਾਜਾ ਆਇਆ ਕਰੇ, ਮੱਥਾ ਟੇਕਿਆ ਕਰੇ, ਕੁਛ ਮੋਹਰਾਂ ਪਦਾਰਥ ਰੱਖਿਆ ਕਰੇ, ਬਾਬੇ ਨੇ ਹਾਲ ਹੋ ਜਾ ਕਰਨਾ ਇੰਡੀਆ 'ਚ। ਕਹਿੰਦੇ ਰਾਜਿਆ ਤੇਰਾ ਦੁੱਧ ਪੁੱਤ ਵਧੇ, ਤੇਰਾ ਪਰਿਵਾਰ ਵਧੇ, ਤੇਰੀ ਵੇਲ ਵਧੇ, ਅਸੀਸਾਂ ਦਿਆ ਕਰਨ। ਜਿਵੇਂ ਮੰਗਣ ਵਾਲੇ ਸਾਰੇ ਦੇਈ ਜਾਂਦੇ, ਰੁਪਈਏ 5 ਦੇ ਦਿਓ, ਉਹੀ ਬਣਨੀਆਂ, ਚਾਹੇ 50 ਦੇ ਦਿਓ, ਅਸੀਸਾਂ ਵੀ ਹੀ ਮਿਲਣੀਆਂ, ਰੇਟ ਉਹੀ ਉਹਨਾਂ ਦਾ।
कहते जो राजा बैठिया करे कोल आके अंदरों तसल्ली नहीं होंगी भी जिस गुरु का सिख मानसुख शाहूकार एडा गहरा है, एडी प्यारी बाणी पढ़ता है, यार गुरु है होगा तसल्ली नहीं ना होंगी मन, क्योंकि वो पूरे गुरु का सिख है, ਉਹਨੂੰ ਅਧੂਰਾ ਹੋਏ ਜਗ ਲਈ ਨਹੀਂ। वैसे संशय को जब पूछे कछ न बतावें ज्ञान है छूछे। एक बार फिर आ गया कोई गुरु नानक बन के, वो राजा थोड़ा सियाना हुंदा कि जो जो मिल दुखी भी हुंदा भी भेड़ चाली बन गई थे, पता लग गया लोगों को भी फलाने की लोड़ है। ये तो सुभाविक भेड़ चाल अज भी है, तुम इंटरनेट से कोई चीज सर्च कर लो, सुभाविक है, कभी पढ़ के देखो। अज मन लो तुम शूज खरीदने आ, सर्च मारी गूगल से भी यार आह कंपनी के बूट वेखने, वो तो अद्धे घंटे बाद फेसबुक से अज उत्थे भी बूट मिलने उही कंपनी के। फिर तुम इंस्टा से चल जाओ, स्नैपचैट से चल जाओ, हर थां ते तुहानूं उही चीज़ां दिसी जाणियां, यूट्यूब से अज उही ऐड आऊगी, क्यों वो तुहानूं प्रमोट कर लेंदे आ। तुसी जो चाहुंदे हो तुहानूं ओह ही विखाया जांदा है, डिस्काउंट कर कर विखाया जाना। तुसी कहना लै उत्थे इन्ने दे सी, इत्थे इन्ने सस्ते आ। एक एग्जांपल, बेशक जमाना डिजिटल हो गया, खड़े ते उत्थे ही आ ना। राजा जद भी आया करे कोले आके अंदरों एक शंका रखिया करे मन च भी मैं ये शंके गुरु साहब नाल डिस्कस करनी सी, गुरु नानक साहब नाल। कहंदा जी मुक्ति का मार्ग दसो, मैनूं अंदर दा उपदेश दे दिओ। हुण जिहड़े बेचारे बदाम काजू खाण वाले सी, उन्हां नूं की पता सी अंदर दा उपदेश की है। ओरलियां परलियां मार के इधर उधर दियां तेरा भला होवे, रब तैनूं फलाना दवे, रब तैनूं ओह करे। वो कहंदा यार मेरे कोल सारा कुछ है, धन दौलत शौहरत पदार्थ सब कुछ ने, एक मन की संतुष्टि ते रब मेरे कोल नहीं। मैं कौन, मैनूं ये दसो। ਇੱਥੇ ਆ ਕੇ ਸਾਰੇ ਸਾਧ ਜਿਹੜੇ ਰੱਬ ਬਣ ਕੇ ਉਹਦੇ ਚੁੱਪ ਕਰਕੇ ਬਹਿ ਜਾ ਕਰਨ, ਲੈ ਕੇ ਮਾਇਆ। ਕਹਿੰਦੇ ਰਾਤ ਦਿਨ ਕੱਲ ਦੱਸਾਂਗੇ ਤੈਨੂੰ, ਜਦੋਂ ਕੱਲ ਹੋਇਆ ਕਰੇ ਰਾਤੋਂ ਰਾਤ ਬਾਬੇ ਰੱਬੂ ਚੱਕਾ ਰੱਖੋ ਸਤਨਾਮ ਵੀ ਲੰਘ ਚਲੋ ਇੱਥੋਂ, ਜੋ ਇਕੱਠਾ ਹੋ ਗਿਆ ਬਹੁਤ ਹੈ। ਰਾਜਾ ਹੋ ਗਿਆ ਦੁਖੀ, ਯਾਰ ਮੈਂ ਤੇ ਰੱਬ ਨੂੰ ਲੱਭਦਾ ਸੀ, ਮੈਂ ਤੇ ਦੁਬਦਾ ਚ ਹੀ ਪੈ ਗਿਆ, ਜੱਬ ਚ ਹੀ ਪੈ ਗਿਆ। ਲੱਭਣਾ ਰੱਬ ਹੈ, ਪੈ ਗਿਆ ਜੱਬ। तीजे दिन फिर आ जा करे मंत्री क्या करन जी, बाबा नानक जी आ गए। वो कहता यार मैं नहीं जाना, कहते ना जी ना जाना पैना तुहानूं, हो सकता सचमुच ही आ जा, रब आ जाए पता लगता है। प्रेम के अंदरों बहुत करता है, जिहदे नाल आशिकी है, जिहदे नाल प्रीत है, वो नहीं आया। डुप्लीकेट नानक किन्ने आ गए, कहते रुझान वध गया। जिवें हुण वोटां वेले डड्डू बाहर आउणगे ना, किन्ने की कुछ सरकारां करनगियां, जिन्हां 4.5 साल कुछ नहीं कीता, तुहानूं बिजली भी फ्री देणगे, पानी ਦੀਆਂ ਗੱਲਾਂ भी करनगे, घर घर नौकरियां भी देणगे। 4.5 साल कित्थे सी तुसीं? इन्हां नूं पता है भी ਜਿਹੜੇ लोग ने बेवकूफ ने, ये शब्द वरतदा मैं भी ये 90 दिनों बाद जुत्तियां खादियां भुल जाते हैं। और सतनाम सच भी है, भुल जाते हैं ਅਸੀਂ सारा कुछ। अपना इन्ना कुछ साडे सामने आउणा सी, जिंदाबाद मुर्दाबाद। उधर किसान अंदोलन चलदा है, किन्ने क लोग बैठे उत्थे हुण किधर तुरे फिरदे आ। ਜਿਹੜੇ ਕੱਲ तक कहंदे सी पार्टियां ਤੁਸੀਂ ਵੜਨ नहीं देंगे, वो कहंदे साडी फलानी मां पार्टी है, छड्ड के अंदोलन इधर तुरे फिरदे रैलियां दे विच जमीरां मरीਆਂ ने। ते कोई कहंदा मैं आह करके विखा दूंगा, वो करू कुछ नहीं। ਇਹ सब बांदर गिला खेडिया जांदा साडे तुहाडे नाल, अंदरों भी कोई नहीं। वो कहंदा जी फलाना चेहरा आ गया, मुख मंत्री ने नहीं कीता, आ करूंगा, कोई कोई ने सारे वाले। ਇਹ ਮਿਲੀਆਂ ਭੁਗਤਾਂ ਚੱਲਦੀਆਂ ਨੇ, ਸਾਨੂੰ ਨਹੀਂ ਪਤਾ, ਅਸੀਂ ਇਹਦੇ ਸਿਆਣੇ ਨਹੀਂ ਹੋਏ, ਅਸੀਂ ਉਹਨਾਂ ਵਿੱਚ ਡੰਡੇ ਛੋਟੇ ਚੱਕੀ ਫਿਰਦੇ। ਤੇ ਹੁਣ ਰਾਜੇ ਨਾਲ ਹੀ ਕੁਝ ਹੋ ਰਿਹਾ ਇੱਥੇ। ਕਹਿੰਦੇ ਜਿਹੜਾ ਆਇਆ ਕਰੇ गुरु नानक बन के, वो कहते नरातर नहीं किसी का करना, की पता है गुरु नानक साहब सचमुच ही आ जान है। तो फकीर लिबास ओहो जिहे पा के आउंदे आ, सादगी दे कपड़े, एक भाई मर्दाना बनाया हुंदा, दूजा बाना बनाया हुंदा, क्योंकि आउंदे ते पंजाब तो ही नहीं चल के। जिन्हां नूं पता है गुरु नानक साहब किहो जिहे आ, रूप रंग कैसा है। राजा जद भी कोई सवाल पूछया करे अंदर दी संतुष्टि ना होया करे, क्योंकि उन्हें वो गल्लां पुछणियां जो दिल नाल ने ते रब नाल ने। तुसीं हो जाणो वो खा पी के बेचारे आराम नाल चले जाया करन, उन्होंने की ये लगा कुकर कख नहीं। ते राजा कहंदे इन्हां नूं कहो कुछ ना, इन्हां नूं हत्थ जोड़ के कहो ऐ बाबा जी ठंडे ठंडे राह पै जाओ। जे राजे नूं तुहाडी असलीयत दा पता लग गया, चक्कियां पीसणियां पैणियां, तो फिर राम राम करदे लभदे नहीं किहड़ी बीजदे जांदे। कई महीने इसे तां बतीत हो गए, महीने रोज आ जा करे कोई ना कोई। कहते हुण ते काम ही वध गया कि बरसाती डड्डूआं वांगू हर कोई रब बन के बैठण लग पिया। अस बिद देख सोच कर राजा और कियो
ਪਰਖਨ ਕੋ ਕਾਜਾ। 1 ਮਹੀਨਾ ਲੰਘਿਆ, 2 ਲੰਘੇ, 3 ਲੰਘੇ। ਰਾਜਾ ਕਹਿੰਦਾ ਯਾਰ ਮੈਂ ਤੇ ਪਰਖਦਾ ਦੁਖੀ ਹੋ ਗਿਆ, ਕਿਤੇ ਪਰਖਦੇ ਵੀ ਮੇਰੀ ਸ਼ਰਧਾ ਹੀ ਨਾ ਚਲੀ ਜਾਏ। ਸੁਭਾਵਿਕ ਗੱਲ, ਕੋਈ ਪ੍ਰੋਡਕਟ ਲੈ ਲਓ, ਕਿਸੇ ਦੋਸਤੀ ਦੇ ਰਿਸ਼ਤੇ 'ਚ ਪੈ ਜਾਓ, 20-25 ਦੋਸਤ ਬਣਾ ਲਓ, ਹਰੇਕ ਦੇ ਕਰੀਬ ਹੋ ਕੇ ਵੇਖੋ, ਇੱਕ ਦਿਨ ਇਹੀ ਪਤਾ ਲੱਗੂ ਵੀ ਆਪਣੇ ਆਪ ਤੋਂ ਵੱਧ ਸਾਥੀ ਕੋਈ ਨਹੀਂ। ਗੰਨਿਆਂ ਦੇ ਖੇਤ 'ਚ ਵੜ ਜਾਓ, ਜ਼ਿਮੀਂਦਾਰਾਂ ਨੂੰ ਵੱਧ ਪਤਾ ਹੈ ਵੀ ਆਹ ਬਹੁਤਾ ਮੋਟਾ ਹੈ, ਚਲ ਸਾਡੇ ਤੋਂ ਅੱਗੇ ਵਾਲਾ ਜ਼ਿਆਦਾ ਵੱਡਾ ਹੈ। ਉਹ ਲੱਭਦਾ ਖੇਤ ਪਾਰ ਕਰ ਜਾਂਦਾ, ਲੱਭਦਾ ਕੱਖ ਨਹੀਂ, ਜ਼ਿੰਦਗੀ ਇਹੋ ਹੀ ਹੈ। ਆਓ ਚੰਗਾ, ਆਹ ਵੀ ਚੰਗਾ, ਮੈਂ ਚੰਗਾ, ਮੈਥੋਂ ਬੁਰਾ, ਮੈਂ ਤੋਂ ਚੰਗਾ। ਕਹਿੰਦੀ ਐਡੇ ਨੂੰ ਬੁਢਾਪਾ ਸਾਹਮਣੇ ਖੜਿਆ ਹੁੰਦਾ, ਧਰਮਰਾਜ ਕਹਿੰਦਾ ਆ ਜਾ ਪੁੱਤ ਫਿਰ ਹੁਣ ਬਹੁਤ ਸੁਣਾਓਗੇ। ਐਂ ਲੰਘ ਜਾਂਦੀ ਦਿਨ। ਹੁਣ ਇੱਥੇ ਜਿਹੜੇ ਆਉਂਦੇ ਆ, ਪਰਖ ਦੀ ਕਸਵੱਟੀ ਚੱਲਦੀ, ਰਾਜਾ ਦੁਖੀ ਹੋ ਗਿਆ। ਕਹਿੰਦਾ ਯਾਰ ਪਰਖਦੇ ਕਿਤੇ ਮੇਰੀ ਸ਼ਰਧਾ ਹੀ ਨਾ ਟੁੱਟ ਜੇ। ਤੁਸੀਂ ਕਿਸੇ ਵੀ ਫੀਲਡ ਵਿੱਚ ਬਹੁਤਾ ਜਾਓਗੇ ਨਾ, ਦੁੱਖ ਹੀ ਪਾਓਗੇ। ਵੱਡੇ ਸਾਇੰਟਿਸਟ ਦੁਖੀ ਨੇ, ਦੁਖੀ ਸੀ। ਵੱਡੇ ਡਾਕਟਰ ਪਤੀ ਪਤਨੀ ਸੁਸਾਈਡ ਕਰਦੇ, ਕਿੰਨੀਆਂ ਖਬਰਾਂ ਆਉਂਦੀਆਂ। ਲੋਕਾਂ ਨੂੰ ਸਕੈਟਰਿਸਟ ਬਣ ਕੇ ਠੀਕ ਕਰਦੇ ਸੀ ਵੀ ਤੇਰੀ ਮੈਂਟਲ ਸਥਿਤੀ ਠੀਕ ਨਹੀਂ, ਆਹ ਦਵਾਈ ਲਿਆ ਕਰ, ਆਹ ਕਰਿਆ ਕਰ। ਲੋਕਾਂ ਦੀ ਕਾਉਂਸਲਿੰਗ ਕਰਦੇ ਸੀ, ਆਪ ਫਾਹੇ ਲਈ ਜਾਂਦੇ। ਕਿਉਂ? ਬੰਦਾ ਜਿਸ ਫੀਲਡ ਵਿੱਚ ਬਹੁਤਾ ਧੱਸ ਜਾਂਦਾ ਹੈ, ਇੱਕ ਦਿਨ ਉਹਦੀ ਉਹ ਪਰੇਸ਼ਾਨੀ ਬਣ ਜਾਂਦੀ ਹੈ। ਹੁਣ ਜਦੋਂ ਪਖੰਡੀ ਰੋਜ਼ ਆਉਣ ਲੱਗ ਗਏ, ਮਾੜੇ ਕੰਮ ਕਰਦੇ, ਸੁਭਾਵਿਕ ਗੱਲ ਹੈ ਸ਼ਰਧਾ ਘਟਦੀ ਹੈ। ਬਹੁਤੇ ਗੁਰਦੁਆਰਿਆਂ 'ਚ ਫਿਰਨ ਲੱਗ ਜਾਓ, ਮਾਫ ਕਰਿਓ ਕੌੜਾ ਸੱਚ ਹੈ, ਬਹੁਤੇ ਗੁਰਦੁਆਰਿਆਂ ਵਿੱਚ ਗੇੜੇ ਮਾਰਨ ਵਾਲੇ ਸਿੱਖਾਂ ਦੇ ਜੀਵਨ ਵਿੱਚ ਕੱਖ ਨਹੀਂ ਹੁੰਦਾ। ਖੋ ਸਤਨਾਮ। ਉਹ ਇਹੀ ਕਹਿਣਗੇ, ਉਹ ਮੈਂ ਫਲਾਣੇ ਗੁਰਦੁਆਰੇ ਗਿਆ ਜੀ, ਉੱਥੇ ਬਾਬਾ ਜੀ ਨੇ ਐਂ ਕਰਤਾ, ਮੈਂ ਉੱਥੇ ਗਿਆ, ਉੱਥੇ ਪ੍ਰਧਾਨ ਏਦਾਂ ਬੋਲਦਾ, ਉਹ ਵਾਲਿਆਂ ਦੀ ਮਰਿਆਦਾ ਇਹ ਹੈ। ਜਿਹੜਾ ਇੱਕ ਥਾਂ ਤੇ ਜਾ ਕੇ ਗੁਰੂ ਕਰਦਾ ਨਾ, ਉਹਦੀ ਸ਼ਰਧਾ ਵੇਖਿਓ, ਉਹਦਾ ਪ੍ਰੇਮ ਵੇਖਿਓ। ਬਹੁਤੇ ਗੁਰੂ, ਬਹੁਤੇ ਬਾਬਿਆਂ ਕੋਲ ਫਿਰਨ ਵਾਲਾ ਬੰਦਾ, ਉਹ ਵੀ ਕਿਸੇ ਜੋਗਾ ਨਹੀਂ ਹੁੰਦਾ। ਤੇ ਬਹੁਤੀਆਂ ਥਾਵਾਂ ਤੇ ਨੌਕਰੀਆਂ ਕਰਨ ਵਾਲੇ ਨੂੰ ਪੁੱਛ ਕੇ ਵੇਖਿਓ, ਉਹ ਕਿਸੇ ਇੱਕ ਦਾ ਬਣ ਨਹੀਂ ਸਕਦਾ। ਕਿੱਥੋਂ ਬਣੂਗਾ ਉਹ? ਕਿਉਂਕਿ ਇੱਕ ਦਾ ਹੋਣਾ ਆਇਆ ਹੀ ਨਹੀਂ। ਰਾਜਾ ਕਹਿੰਦਾ ਇਹਨਾਂ ਪਖੰਡੀਆਂ ਦੇ ਪਖੰਡ ਵੇਖ ਕੇ ਤੇ ਮੇਰੀ ਸ਼ਰਧਾ ਹੀ ਨਾ ਟੁੱਟ ਜੇ। ਜਿਹੜਾ ਵੇਖੋ ਇੱਕ ਤੋਂ ਇੱਕ ਚੜ੍ਹਨ ਦੀ ਨਾ, ਕੋਈ ਪਖੰਡ ਕਰਦਾ, ਕੋਈ ਕਰਦਾ। ਮਾੜੀ ਮੋਟੀਆਂ ਕਈਆਂ ਕੋਲ ਕਰਾਮਾਤਾਂ ਵੀ ਹੁੰਦੀਆਂ, ਪਰ ਅੰਦਰੋਂ ਸਖਣੇ, ਅੰਦਰੋਂ ਖਾਲੀ। ਰਾਜੇ ਨੇ ਇੱਕ ਦਿਨ ਆਪਣੇ ਮੰਤਰੀ ਬਿਠਾ ਕੇ ਪੁੱਛਿਆ, ਕਹਿੰਦਾ ਵੀ ਜੇ ਇਹ ਹਾਲਾਤ ਰਹੇ, ਮੈਨੂੰ ਨਹੀਂ ਪਤਾ ਵੀ ਰੱਬ ਗੁਰੂ ਨਾਨਕ ਸਾਹਿਬ ਆਉਣਗੇ ਜਾਂ ਨਹੀਂ ਆਉਣਗੇ, ਪਰ ਇਹਨਾਂ ਨੇ ਮੈਨੂੰ ਰਹਿਣ ਜੋਗਾ ਨਹੀਂ ਛੱਡਣਾ। ਸਤਨਾਮ। ਰੋਜ਼ ਹੀ ਆ ਜਾਂਦਾ ਕੋਈ। ਮੰਤਰੀ ਕਹਿੰਦੇ ਰਾਜਨ ਦੇਖੋ, ਤੁਹਾਡਾ ਪ੍ਰੇਮ ਹੈ ਜਾਂ ਤੁਸੀਂ ਜਾਣਦੇ ਹੋ, ਜੋ ਤੁਹਾਡਾ ਸੱਜਣ ਹੈ, ਦੂਜਾ ਤੇ ਕੋਈ ਨਹੀਂ ਜਾਣਦਾ। ਹੁਣ ਗੁਰੂ ਨਾਨਕ ਸਾਹਿਬ ਦੇ ਬਾਰੇ ਕੋਈ ਕੁਝ ਵੀ ਕਰਕੇ ਵਿਖਾਵੇ, ਤੁਸੀਂ ਕਿਉਂ ਵਿਸ਼ਵਾਸ ਕਰਦੇ? ਕਿਉਂਕਿ ਤੁਹਾਡੇ ਸਤਿਗੁਰੂ ਨੇ ਤੇ ਤੁਸੀਂ ਉਹਨਾਂ ਦੇ ਸਿੱਖ ਹੋ। ਤੁਹਾਡੇ ਦੋਨਾਂ ਦੇ ਵਿੱਚ ਤੀਜਾ ਤੇ ਹੋਣਾ ਹੀ ਨਹੀਂ ਚਾਹੀਦਾ। ਜਿੱਦਣ ਆਇਆ ਦੁਨਿਆਵੀ ਰਿਸ਼ਤੇ 'ਚ ਵੀ ਕੋਈ ਤੀਜਾ ਰਿਸ਼ਤਾ ਰਹਿੰਦਾ ਜੀ। ਪਤੀ ਪਤਨੀ ਦੇ ਰਿਸ਼ਤੇ 'ਚ ਕੋਈ ਆ ਜੇ, ਭੈਣ ਭਰਾ ਦੇ ਰਿਸ਼ਤੇ 'ਚ ਆ ਜੇ, ਕੋਈ ਭਰਾ ਦੇ ਰਿਸ਼ਤੇ ਵਿੱਚ ਆ ਜੇ, ਮਾਂ ਪੁੱਤ ਦੇ ਰਿਸ਼ਤੇ ਵਿੱਚ ਤੀਜਾ ਬੰਦਾ ਆ ਜੇ, ਉਦੋਂ ਡਾਂਗ ਸੁੱਟਾ ਹੋ ਜਾਂਦਾ ਹੁੰਦਾ ਨਾ ਸਵਾਲ। ਦੋਸਤਾਂ ਤੀਜਾ ਕੋਈ ਐਂਟਰੀ ਮਾਰ ਕੇ ਦੋਸਤੀ ਨਹੀਂ ਰਹਿੰਦੀ। ਉਹਨਾਂ ਸਮਿਆਂ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਰਾਜੇ ਸ਼ਿਵ ਨਾਮ ਦੇ ਵਿਚਕਾਰ ਇੱਕ ਨਹੀਂ, ਸੈਂਕੜੇ ਨਾਨਕ ਬਣ ਕੇ ਆਉਣ ਲੱਗੇ। ਰਾਜੇ ਨੂੰ ਫਿਕਰ ਪੈ ਗਿਆ ਵੀ ਮੇਰੀ ਤੇ ਸ਼ਰਧਾ ਘਟੂ, ਸ਼ਰਧਾ ਨਾਲ ਭਗਤੀ ਘਟੂ, ਭਗਤੀ ਨਾਲ ਪ੍ਰੇਮ ਘਟੂ, ਕਿਤੇ ਭਰੋਸਾ ਹੀ ਨਾ ਟੁੱਟਦੇ ਗਿਆ। ਕਿਉਂਕਿ ਮਨਸੁਖ ਸ਼ਾਹੂਕਾਰ ਕਹਿ ਕੇ ਗਿਆ ਵੀ ਸਿਦਕ ਨਾ ਤੋੜੀ, ਨਿਸ਼ਚਾ ਟਲ ਰੱਖੀ। ਉਤੇ ਤਹਾਂ ਜੋ ਸੁੰਦਰ ਨਾਰੀ, 300 ਐਸੀ ਗਿਰਾ ਉਚਾਰੀ। ਰਾਜ ਸਭਾ ਦੇ ਮੰਤਰੀ ਕਹਿੰਦੇ ਜੀ ਇਦਾਂ ਗੁਰੂ ਜਿੰਨੇ ਬਾਬੇ ਸਾਧ ਆਉਂਦੇ ਆ, ਸਾਰਿਆਂ ਨੂੰ ਪਰਖੋ, ਜਿਹੜਾ ਪੂਰਾ ਹੋ ਤੁਹਾਡਾ ਗੁਰੂ ਹੋ। ਰਾਜੇ ਨੂੰ ਇਹ ਮੌਕਾ ਦਿੱਤਾ। 24 ਘੰਟਿਆਂ ਦੇ ਸਮੇਂ 'ਚ ਰਾਜੇ ਨੇ ਸੋਚਿਆ, ਉਹਨੇ ਇੱਕ ਸੋਚ ਕੱਢੀ ਵੀ ਦੁਨੀਆ ਦਾ ਹਰ ਬੰਦਾ ਪਤਾ ਕਿੱਥੇ ਡੋਲਦਾ, ਕਿ ਕਾਮ ਸਾਹਮਣੇ ਹਰ ਬੰਦਾ ਡੋਲ, ਅੱਜ ਵੀ ਡੋਲਦੇ ਆ। ਬ੍ਰਹਮਾ ਵਰਗੇ, ਵਿਸ਼ਨੂੰ ਵਰਗੇ, ਸ਼ਿਵ ਜੀ ਵਰਗੇ ਡੋਲੇ। ਬਸ ਜਿਹਨੂੰ ਗੁਰੂ ਨਾਨਕ ਸਾਹਿਬ ਬਚਾਉਣ ਬਚਦਾ ਉਹੀ ਹੈ। ਡੋਲਿਆ ਤੇ ਇੱਕ ਦਿਨ ਭਾਈ ਜੋਗਾ ਵੀ ਸੀ, ਸਿੱਖ ਹੋ ਕੇ, ਜਿਹੜਾ ਕਲਗੀ ਵਾਲਾ ਬਚਾ ਗਿਆ। ਸਤਨਾਮ। ਡੋਲਦੇ ਸਾਰੇ ਆ, ਗੁਰੂ ਪੱਕਾ ਹੋ ਕੇ ਬਚਾ ਲਊਗਾ, ਡੁੱਬਣ ਤੋਂ ਬਚਾ ਲਊਗਾ। ਰਾਜਾ ਕਹਿੰਦਾ ਗੱਲ ਕੀ। ਉਹਨੇ ਆਪਣੇ ਸ਼੍ਰੀਲੰਕਾ ਦੇ ਵਿੱਚ ਜਿੰਨੀਆਂ ਖੂਬਸੂਰਤ ਹੁਸੀਨ ਸੋਹਣੀਆਂ ਲੜਕੀਆਂ ਸੀ, 16 ਸਾਲ ਤੋਂ ਥੱਲੇ ਵਾਲੀਆਂ, ਮਤਲਬ ਜਿਨ੍ਹਾਂ ਦਾ ਇਫੈਕਟ ਪੈਂਦਾ ਹੋਵੇ। ਸੁਭਾਵਿਕ ਗੱਲ ਹੈ ਕਿ ਦੁਨੀਆ ਦਾ ਕੋਈ ਗੀਤ ਸੁਣ ਲਓ, ਤੁਹਾਨੂੰ 16 ਸਾਲ ਦੀਆਂ ਗੱਲਾਂ ਸੁਣਨ ਨੂੰ ਮਿਲਣਗੀਆਂ ਵੀ 16ਵਾਂ ਸਾਲ ਭਾਵੇਂ ਮੁੰਡਾ ਹੈ ਭਾਵੇਂ ਕੁੜੀ ਹੈ। ਕਿਉਂ? ਕਿਉਂਕਿ ਜਿਹੜੀ ਇਹ ਉਮਰ ਹੈ ਨਾ, ਇਹ ਕੱਚ ਘੜ ਹੁੰਦਾ ਹੈ। ਇਸ ਉਮਰ ਵਿੱਚ ਨੈਣ ਨਕਸ਼ ਤਿੱਖੇ ਹੁੰਦੇ ਆ।
ਹਾਰਮੋਨ ਦੀ ਪ੍ਰਭਾਵਤਾ ਹੁੰਦੀ ਹੈ ਸਿਰ ਤੋਂ ਲੈ ਕੇ ਪੈਰਾਂ ਤੱਕ, ਬੰਦਾ ਬੜਾ ਨਿਖਰਦਾ ਹੈ। ਤੇ ਜਦੋਂ ਐਸੇ ਚਿਹਰੇ ਨੂੰ ਕੋਈ ਵੇਖਦਾ ਹਰ ਕੋਈ ਡੋਲ ਜਾਂਦਾ ਹੈ। ਰਾਜਾ ਕਹਿੰਦਾ ਪਦਮਣੀ ਔਰਤਾਂ ਲੱਗੀਆਂ 16 ਸਾਲਾਂ ਤੋਂ ਛੋਟੀਆਂ ਮੰਗਾ ਲੈਣ। ਰਾਜਾ ਹੱਥ ਜੋੜ ਕੇ ਕਹਿੰਦਾ ਮੇਰੀਆਂ ਧੀਆਂ ਵਰਗੀਆਂ, ਪਰ ਅੱਜ ਮੇਰਾ ਕੋਈ ਚਾਰਾ ਵੀ ਨਹੀਂ। ਜਦ ਵੀ ਕੋਈ ਨਵਾਂ ਬਾਬਾ ਆਵੇ, ਸੰਤ ਆਵੇ, ਗੁਰੂ ਆਵੇ, ਕਿਉਂਕਿ ਉਹ ਮਾਰਗ ਵਾਲਾ ਰੂਪ ਬਣੀ ਫਿਰਦੇ ਆ। ਹੁਣ ਗੁਰੂ ਸਾਹਿਬ ਸਾਧੂ ਨੇ, ਸੰਤ ਨੇ, ਫਕੀਰ ਨੇ, ਕਹਿੰਦੇ ਬਸ ਉਹਨਾਂ ਤੇ ਆਪਣਾ ਮਾਇਆਵੀ ਜਾਲ ਪਾਉਣਾ ਹੈ ਵੀ ਜਿਹੜਾ ਬਾਬਾ ਤੁਹਾਡਿਆਂ ਜ਼ੁਲਫਾਂ ਜਾ ਗਿਆ ਉਹ ਤੇ ਨਹੀਂ ਹੈ ਸਾਡਾ। ਕਸਵੱਟੀ ਇੱਥੇ ਲੱਗਣੀ ਸੀ ਕਿਉਂਕਿ ਰੋਜ਼ ਰੋਜ਼ ਕਿਹਨੂੰ ਪਰਖੀ ਜਾਵੇ ਆ ਕੇ, ਇੱਥੇ ਸਭ ਦਾ ਪਤਾ ਲੱਗ ਜਾਣਾ ਵੀ ਕਿਹੜਾ ਕੀ ਹੈ। ਅੱਜ ਵੀ ਪਤਾ ਲੱਗ ਜਾਣਾ। ਜਿਸ ਵੇਲੇ ਇਹ ਗੱਲ ਹੋਈ ਉਹ ਖੁਸ਼ ਹੋ ਗਈਆਂ, ਕਹਿੰਦੀ ਰਾਜਨ ਤੁਹਾਡੇ ਪ੍ਰੇਮ ਦੇ ਲਈ ਅਸੀਂ ਕਰ ਸਕਦੇ ਹਾਂ ਕਿਉਂਕਿ ਤੁਸੀਂ ਰੱਬ ਨੂੰ ਪ੍ਰੇਮ ਕਰਦੇ। ਇਹ ਕੋਈ ਮਾੜਾ ਕੰਮ ਥੋੜੀ ਸੀ। ਕਿਸੇ ਜੁੜੇ ਹੋਏ ਨੂੰ ਜੋੜਨ ਦੇ ਲਈ ਲੋਕੀ ਆਪਾ ਕੁਰਬਾਨ ਕਰ ਦਿੰਦੇ। ਉਹ 15 ਤੋਂ 16 ਲੜਕੀਆਂ ਸੀ, ਉਹਨਾਂ ਨੇ ਰਾਜੇ ਦੀ ਗੱਲ ਮੰਨੀ ਵੀ ਅਸੀਂ ਹਰ ਵਾਰ ਬਦਲ ਕੇ ਜਾਵਾਂਗੇ, ਬਦਲ ਕੇ ਜਾਵਾਂਗੇ, ਆਪਣੇ ਆਪ ਭਾਵ ਖਾਵਾਂਗੇ ਵੀ ਜਿਹੜਾ ਤੇ ਹੋ ਪੱਕਾ ਸੱਚਾ ਸਾਧ ਉਹ ਤਾਂ ਨਹੀਂ ਡੋਲਦਾ, ਤੇ ਜੇ ਹੋਇਆ ਕੱਚਾ ਪਿੱਲਾ ਬਾਬਾ ਉਹ ਬਚਦਾ ਵੀ ਨਹੀਂ। ਆਖੋ ਸਤਿਨਾਮ। ਰਾਜਾ ਕਹਿੰਦਾ ਗੱਲ ਠੀਕ ਹੈ, ਪਲਾਨ ਪਾਸ ਹੋ ਗਿਆ। ਮੰਤਰੀਆਂ ਦੀ ਡਿਊਟੀ ਲਾ ਦਿੱਤੀ ਵੀ ਇਹਨਾਂ ਚੋਂ ਇੰਨੀਆਂ ਬੱਚੀਆਂ, ਇਹਨਾਂ ਨੂੰ ਇੰਨੀ ਤਨਖਾਹ ਦਿੱਤੀ ਜਾਊਗੀ ਨਾ, ਕਿਉਂਕਿ ਇਹ ਥੋੜੀ ਪਤਾ ਫਿਰ ਆਪਣੇ ਕਦ ਆਉਣਾ, ਮਹੀਨਾ ਨਾ ਆਵੇ, 6 ਮਹੀਨੇ ਨਾ ਆਵੇ, ਸਾਲ ਨਾ ਆਵੇ, ਮੁਕਤ ਕਿਹੜਾ ਜਾਊਗੀ। ਰਾਜੇ ਨੇ ਉਹਨਾਂ ਦੀ ਸਰਕਾਰੀ ਭੱਤੇ ਚੋਂ ਤਨਖਾਹ ਲਾ ਦਿੱਤੀ ਵੀ ਤੁਸੀਂ ਸਿਰਫ ਆਪਣਾ ਰੂਪ ਰੰਗ ਦਾ ਜਲਵਾ ਵਿਖਾਉਣਾ, ਮੈਂ ਵੇਖਾਂਗਾ। ਸਵੇਰ ਹੁੰਦਿਆਂ ਮੈਨੂੰ ਰਿਪੋਰਟ ਮਿਲੇਗੀ, ਜੇ ਤੇ ਕੋਈ ਸਾਧੂ ਨਿਖਰ ਗਿਆ ਉਹਨਾਂ ਤੋਂ, ਬਚ ਗਿਆ, ਪਾਪ ਤੋਂ ਬਚ ਗਿਆ, ਉਹਦੇ ਹੋ ਮੇਰਾ ਸਤਿਗੁਰੂ। ਜਿਹੜਾ ਨਾ ਬਚਿਆ ਉਹ ਫਿਰ ਕਲਯੁਗੀ ਬਾਬਾ ਹੋਵੇਗਾ। ਜੋ ਪੁਰ ਵਿਖੇ ਬਦੇਸ਼ੀ ਆਵਹਿ ਵੇਖ ਫਕੀਰ ਜੋ ਸੰਤ ਕਹਾਵਹਿ। ਰਾਜੇ ਨੇ ਇਹਨਾਂ ਦੀ ਡਿਊਟੀ ਥਾਂ ਥਾਂ ਤੇ ਲਾਤੀ ਪੂਰੇ ਸ਼ਹਿਰ ਦੇ ਵਿੱਚ ਵੀ ਜਿਹੜਾ ਕੋਈ ਵਿਦੇਸ਼ੀ ਬੰਦਾ ਆਵੇ, ਵਿਦੇਸ਼ੀ ਮਤਲਬ ਸ਼੍ਰੀਲੰਕਾ ਦਾ ਨਾ ਹੋਵੇ, ਸੰਗਲਾਦੀਪ ਦਾ ਨਾ ਹੋਵੇ, ਕਿਉਂਕਿ ਇਹ ਕਨਫਰਮ ਹੈ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਪੰਜਾਬ ਦੀ ਧਰਤੀ ਤੇ ਵਸਦੇ ਆ, ਉੱਥੇ ਰਹਿੰਦੇ ਆ। ਰਾਏ ਭੋਏ ਦੀ ਤਲਵੰਡੀ ਜਨਮ ਹੋਇਆ, ਅਵਤਾਰ ਹੋਇਆ ਉਹਨਾਂ ਦਾ, ਮਤਲਬ ਉਹ ਸ਼੍ਰੀਲੰਕਾ ਨਹੀਂ ਨੇ, ਉਹ ਕਲੰਬੋ ਦੇ ਨਹੀਂ ਨੇ, ਉਹ ਸਾਇਲਨ ਦੇ ਨਹੀਂ ਨੇ। ਕਹਿੰਦੇ ਠੀਕ ਹੈ, ਕਹਿੰਦੇ ਕੋਈ ਵਿਦੇਸ਼ੀ ਆਵੇ, ਸਾਧ ਬਣ ਕੇ ਆਵੇ, ਫਕੀਰ ਬਣ ਕੇ ਆਵੇ, ਇੰਨੀ ਆਓ ਭਗਤ ਕਰੋ, ਇੰਨਾ ਮਿੱਠਾ ਬੋਲੋ, ਬਸ ਗੁਰਜਾਦੇ ਆ। ਹੁਣ ਇੱਕ ਥਾਂ ਤੇ ਥੋੜੀ ਥਾਂ ਤੇ ਉਹਨੇ ਡਿਊਟੀਆਂ ਲਾਤੀਆਂ, ਕਿਉਂਕਿ ਹੁਣ ਕੀ ਪਤਾ ਕਿਹੜਾ ਨਾਨਕ ਬਣ ਕੇ ਕਿਹੜੀ ਗਲੀ ਘੁੰਮਦਾ, ਕਿਹਦੇ ਕੋਲ ਜਾ ਕੇ। ਸਿੱਧਾ ਤੇ ਰਾਜੇ ਕੋਲ ਕੋਈ ਨਹੀਂ ਆਉਂਦਾ ਵੀ ਜਦੋਂ ਲੋਕ ਸਾਡਾ ਪ੍ਰਚਾਰ ਕਰਨਗੇ, ਲੋਕ ਸਾਡੇ ਬਾਰੇ ਬੋਲਣਗੇ, ਗੱਲਾਂ ਰਾਜੇ ਕੋਲ ਜਾਣਗੀਆਂ ਵੀ ਬਾਬਾ ਨਾਨਕ ਜੀ ਆਏ, ਰਾਜਾ ਭੱਜਿਆ ਆਊਗਾ ਮਿਲਣ ਵਾਸਤੇ। ਰਾਜੇ ਨੂੰ ਥੋੜੀ ਸੰਤੁਸ਼ਟੀ ਮਿਲੀ, ਉਹ ਸਿਮਰਨ ਕਰਦਾ ਹੈ ਕਿ ਇਹਦਾ ਮਤਲਬ ਜੇ ਬਾਰਿਸ਼ ਤੋਂ ਪਹਿਲਾਂ ਹਨੇਰੀ ਚੱਲ ਜੇ ਨਾ, ਤੂਫਾਨੀ ਨਹੀਂ, ਸਿਆਣੇ ਕਹਿੰਦੇ ਝੱਖੜ ਨਾਲ ਝੋਲਾ ਜ਼ਰੂਰ ਬਣਾਇਆ, ਬਰਸਾਤ ਜ਼ਰੂਰ ਆਊਗੀ, ਭਾਵੇਂ ਹਲਕੀ ਆਵੇ, ਇੱਕ ਵਾਰ ਹਿੱਲ ਜੂ ਸਾਰਾ ਕੁਝ। ਰਾਜੇ ਨੇ ਇੰਨਾ ਜਾਣਿਆ ਵੀ ਜੇ ਕੱਚੇ ਪੱਕੇ ਨਾ ਨਕਾਉਣ ਲੱਗ ਗਏ, ਕੱਚੇ ਪੱਕੇ ਜਿਹੜੇ ਸੀ ਉਸ ਵੇਲੇ ਦੇ, ਭੇਖੀ ਵੀ ਇੱਕ ਦਿਨ ਸੱਚਾ ਸੱਜਣ ਵੀ ਜ਼ਰੂਰ ਆਊਗਾ। ਸਤਿਨਾਮ। ਜੇ ਆਉਣ ਲੱਗੇ ਵਿਦੇਸ਼ਾਂ ਤੋਂ ਕੱਚੀਆਂ ਬੰਬਾਂ ਤੇ ਬਰਸਲੀ ਦੀ ਆਜੂਗਾ, ਇੱਕ ਵਿਸ਼ਵਾਸ ਬਣ ਗਿਆ, ਹੋਰ ਪੱਕਾ ਹੋ ਗਿਆ। ਹੁਣ ਉਹਨੇ ਇਹਨਾਂ ਲੜਕੀਆਂ ਦੀ ਡਿਊਟੀ ਲਾ ਦਿੱਤੀ। ਇਹ ਸੀ ਪਦਮਣੀਆਂ ਔਰਤਾਂ, ਲੜਕੀਆਂ ਛੋਟੀ ਛੋਟੀ ਉਮਰ ਦੀਆਂ, ਹਾਂ ਭਾ ਬੜੇ ਆ, ਨੈਣ ਨਕਸ਼ ਸੋਹਣੇ ਆ। ਕਹਿੰਦੇ ਰੋਜ਼ ਸਰਕਾਰੀ ਇਹਨਾਂ ਨੂੰ ਬਸਤਰ ਮਿਲਦੇ ਆ ਸਰਕਾਰ ਦੇ ਖਜ਼ਾਨਿਆਂ ਦੇ ਵਿੱਚੋਂ, ਵੀ ਵਧੀਆ ਵਧੀਆ ਕੱਪੜੇ ਪਾ ਕੇ, ਕਿੱਕਰ ਫਲੇਲ ਲਾ ਕੇ ਬਾਬਿਆਂ ਦੇ ਸਾਹਮਣੇ ਨਰਤ ਕਰਨਾ ਜਾ ਕੇ, ਬਸ ਪਤਾ ਲੱਗੇ ਸਾਧਾਂ ਨੂੰ ਵੀ ਸਾਧ ਬਣਾ ਕੀ ਹੁੰਦਾ, ਵੀ ਭੋਰ ਕਲਯੁਗ ਵਰਤ ਆਉਂਦਾ। ਚਲੋ ਡਿਊਟੀਆਂ ਲੱਗੀਆਂ ਸਾਰਿਆਂ ਦੀਆਂ, ਕੁਝ ਬਾਗ 'ਚ ਬੈਠੀਆਂ, ਕੋਈ ਕਿਤੇ ਬੈਠੀਆਂ, ਕੋਈ ਕਿਤੇ ਬੈਠੀਆਂ, ਪਰ ਅੰਦਰੋਂ ਇਹਨਾਂ ਦਾ ਵੀ ਮਨ ਇਹੀ ਕਹਿੰਦਾ ਹੈ ਕਿ ਇਹੋ ਜਿਹਾ ਇੱਕ ਵੀ ਸਾਧੂ ਪੂਰਾ ਨਹੀਂ ਹੈ, ਵੀ ਜਿੰਨੇ ਵੀ ਆਉਂਦੇ ਆ ਸਾਰੇ ਰੁੜ ਰੜ ਜਾਂਦੇ ਨੇ। ਕਰ ਹੋ ਜਾਏ ਨਿਸਮਿਹਤੇ ਸੇਵਾ ਪੂਰ ਊਰ ਕੋ ਲਖੀਏ ਭੇਵਾ। ਤੇ ਰਾਜੇ ਨੇ ਸਪਸ਼ਟ ਕਹਿ ਦਿੱਤਾ ਤੁਸੀਂ ਜਾਣਾ ਰਾਤ ਦੇ ਵੇਲੇ, ਦਿਨੇ ਸਾਧੂ ਜਿੱਥੇ ਮਰਦੀ ਫਿਰਨ, ਰਾਤ ਨੂੰ ਜਾ ਕੇ ਚਰਨ ਘੁੱਟਣੇ ਆ, ਸੇਵਾ ਕਰਨੀ ਹੈ, ਉਹਨਾਂ ਨੂੰ ਛਕਣਾ ਛਕਾਉਣਾ, ਪ੍ਰੋਪਰ ਸੇਵਾ। ਤੇ ਹੌਲੀ ਹੌਲੀ ਆਪਣੇ ਕਾਮ ਦਾ ਜਾਲ ਵਿਛਾਇਓ, ਉਹਨਾਂ ਤੇ ਜਾਲ ਪਾ ਦਿਓ। ਜੇ ਤੇ ਹੋਇਆ ਸਾਧ ਪੂਰਾ ਤੇ ਤੁਹਾਨੂੰ ਬਦਲ ਦੇਗਾ, ਜੇ ਹੋਇਆ ਅਧੂਰਾ ਡੁੱਬ ਜਾਏਗਾ। ਆਖੋ ਸਤਿਨਾਮ।
राजे नूं सकून मिल गया भी चलो हुण मेरी जिम्मेवारी कोई साहू हुण किन्ने गाउणगे। जो सारिਆਂ ਨੂੰ एक दो नाल होऊ चार नाल होऊ दसणगे कोई राजा बड़ा चलाक आ उत्थे ना जाइओ ਅਸੀਂ ਮਸਾਂ ਨਿਕਲੇ ਆ तो साडी जान बड़ी औखी बची है। ਤੇ ਫਿਰ ਉੱਥੇ ਜਲੀਲ ਵੀ ਕਰਨ ਲੱਗ ਪਏ ਮੰਤਰੀ ਸਾਹਿਬ। ਜਦੋਂ ਕੋਈ ਫਸ ਜਾਂਦਾ ਨਾ ਟਰੈਪ ਦੇ ਵਿੱਚ ਜਾਲ ਦੇ ਵਿੱਚ ਉਹਨੂੰ ਪੁੱਛਦੇ ਓਏ ਭੇਖੀਆ ਭੇਖ ਬਣਾਈ ਕਰਦਾ ਕਿਹੜੇ ਰੱਬ ਦੀਆਂ ਗੱਲਾਂ ਕਰ। ਉਹ ਮੁੜ ਕੇ ਨਹੀਂ ਜਾਂਦਾ ਸ਼੍ਰੀਲੰਕਾ। ਤੇ ਅੱਗੇ ਵੀ ਦੱਸਦੇ ਆ ਕਹਿੰਦੇ ਕਿੱਧਰ ਚੱਲਿਆ ਨਾਨਕ ਬਣ ਕੇ। ਕਹਿੰਦੇ ਜੀ ਮੈਂ ਸ਼੍ਰੀਲੰਕਾ। ਕਹਿੰਦੇ ਮਸਾਂ ਆਇਆ ਖੜਾ ਛੜਾ ਕੇ ਹੁਣ ਤੂੰ ਨਾ ਫਸੀ ਉੱਥੇ। ਘਟਣੇ ਸ਼ੁਰੂ ਹੋ ਗਏ। ਪਰ ਰਾਜੇ ਨੇ ਜਿਹੜਾ ਜਾਲ ਵਿਛਾਇਆ ਸੀ ਜਾਲ ਸੱਚੀਆਂ ਲਈ ਨਹੀਂ ਹੁੰਦਾ ਜਾਲ ਝੂਠਿਆਂ ਲਈ ਹੁੰਦਾ। ਅੱਜ ਵੀ ਝੂਠੇ ਬੰਦੇ ਨੂੰ ਫਸਾਉਣ ਵਾਸਤੇ ਮਿੰਟ 5 ਦੀ ਕਾਲ ਚਾਹੀਦੀ। 5 ਮਿੰਟਾਂ ਚ ਪੈਰ ਉੱਪਰ ਜਾਂਦੇ। ਸੱਚੇ ਬੰਦੇ ਸਾਹਮਣੇ ਜੋ ਮਰਜ਼ੀ ਕਰ ਜੋ ਮਰਜ਼ੀ ਬੋਲ ਫਰਕ ਹੀ ਨਹੀਂ ਪੈਂਦਾ। ਠੀਕ ਹੈ ਪਰ ਉਹ ਕੋਈ ਹੁਣ ਜਦੋਂ ਇਹ ਗੱਲ ਸ਼ੁਰੂ ਹੋ ਗਈ ਜੀ ਰਾਤ ਦਾ ਸਮਾਂ ਹੋਣਾ ਇਹਨਾਂ ਦੇ ਬਾਗ 'ਚ ਜਾ ਬੈਠੇ। ਰੋਜ਼ ਹੀ ਐਵਰੇਜ ਵੱਧ ਗਈ। ਇੱਕ ਤੋਂ ਇੱਕ ਬਾਬਾ ਰੋਜ਼ ਆਇਆ ਕਰੇ। ਮੈਂ ਗੁਰੂ ਨਾਨਕ ਇਹ ਭਾਈ ਬਾਲਾ ਇਹ ਭਾਈ ਮਰਦਾ। ਰਾਜਾ ਆਪ ਨਹੀਂ ਹੁੰਦਾ। ਉਹਨਾਂ ਔਰਤਾਂ ਨੂੰ ਗਿਆਨ ਵੀ ਆ ਗਿਆ ਸਮਝ ਵੀ ਆ ਗਈ। ਹੁਣ ਜਦੋਂ ਰੋਜ਼ ਦਾ ਕੰਮ ਹੋ ਜੇ ਵੀ ਸਾਰਾ ਫਕੀਰਾਂ ਨੂੰ ਮਿਲਣਾ ਹੈ ਗੱਲਬਾਤ ਕਰਨੀ ਤੇ ਉਹ ਧਰਮ ਦੀ ਬੋਲੀ ਬੋਲਣ ਲੱਗੀ। ਸਨਾਤਨ ਮਤ ਵਿੱਚੋਂ ਕਈ ਵੇਦਾਂ ਗ੍ਰੰਥਾਂ ਦੇ ਵਿੱਚੋਂ ਕਈ ਸਵਾਲ ਜਵਾਬ ਕਰਦੀਆਂ ਨੇ। जब तुम पूर्ण देखो को आन बतावो मुझ टिक सो। ਰਾਜਾ ਸ਼ਿਵਨਾਥ ਕਹਿੰਦਾ ਜਿੱਦਣ ਤੁਹਾਨੂੰ ਕੋਈ ਪੂਰਾ ਸਾਧੂ ਪੂਰਾ ਗੁਰੂ ਲੱਭ ਗਿਆ ਨਾ ਸਭ ਤੋਂ ਪਹਿਲਾਂ ਭੱਜ ਕੇ ਮੇਰੇ ਕੋਲ ਆਇਓ। ਜਿਹੜੀ ਔਰਤ ਮੈਨੂੰ ਪਹਿਲਾਂ ਆ ਕੇ ਦੱਸੂ ਵੀ ਰੱਬ ਆ ਗਿਆ। ਕਹਿੰਦਾ ਮੈਂ ਆਪਣੀ ਜ਼ਿੰਦਗੀ ਦੀ ਅੱਧੀ ਪੂੰਜੀ ਉਹਦੇ ਨਾਂ ਕਰ ਦਿਆਂਗਾ ਸੇਵਾ। ਤੂੰ ਰੱਬ ਨੂੰ ਮਿਲਾਉਣ ਵਾਲਾ ਬੰਦਾ ਹੋ ਨਾ ਫਿਰ ਔਰਤ ਥੋੜਾ ਰਹਿਣੀ ਆ। ਉਹ ਰੱਬ ਨੂੰ ਮਿਲਾਉਣ ਵਾਲਾ ਨਾ ਮਰਦ ਨਾ ਔਰਤ ਮਿਲਾਉਣ ਵਾਲਾ ਹੀ ਰੱਬ ਦਾ ਪਿਆਰਾ ਹੁੰਦਾ ਹੈ। ਕੋਈ ਵੀ ਹੋਵੇ ਹੁਣ ਸੰਗਤ ਵਿੱਚ ਹੈ ਕਦੇ ਕਿਹਾ ਵੀ ਗੁਰਮੁਖ ਪਿਆਰੇ ਸ਼ਬਦ ਵਰਤਦੇ ਕਦੇ ਕਿ ਗੁਰਮੁਖ ਪਿਆਰੀਆਂ ਬੋਲਦਾ ਕੋਈ ਨਹੀਂ। ਕਿਉਂਕਿ ਪਿਆਰਾ ਸ਼ਬਦ ਹੈ ਉਹ 'ਚ ਸਾਰੀ ਆ ਜਾਂਦੇ। ਉੱਥੇ ਮੇਲ ਫੀਮੇਲ ਜੈਂਡਰ ਮੈਚ ਨਹੀਂ ਕਰਦਾ। ਸੰਗਤ ਸੰਗਤ ਹੈ। ਸੰਗਤ ਦੇ ਵਿੱਚ ਬੀਬੀਆਂ ਹੋਣ ਬੱਚੇ ਹੋਣ ਬਜ਼ੁਰਗ ਹੋਣ ਜਦ ਤੁਸੀਂ ਕਹਿਤਾ ਨਾ ਵੀ ਸੰਗਤ ਹੈ ਮਤਲਬ ਰੱਬ ਰੂਪ ਹੈ ਗੁਰੂ ਦਾ ਪਿਆਰਾ ਹੈ। ਉਹ ਕਿਸੇ ਵੀ ਰੂਪ ਵਿੱਚ ਹੋਵੇ ਭਾਵੇਂ ਉਹ ਬੱਚਾ ਹੀ ਕਿਉਂ ਨਾ ਬਹੁਤ ਜ਼ਿਆਦਾ ਬਜ਼ੁਰਗ ਕਿਉਂ ਨਾ ਹੋਵੇ ਗੁਰੂ ਪਿਆਰਾ ਮੰਨਿਆ ਜਾਂਦਾ। ਹੁਣ ਜਦੋਂ ਇੱਥੇ ਉਹਨੇ ਕਹਿਤਾ ਕਹਿੰਦਾ ਵੀ ਉਹ ਧੰਨ ਹੋਣਗੇ ਜਿਹੜੇ ਮੈਨੂੰ ਇਹ ਭਾਗਾਂ ਭਰਿਆ ਸੁਨੇਹਾ ਦੇਣਗੇ ਕਿ ਉਹ ਵਿਚਾਰੀਆਂ ਲੜਕੀਆਂ ਜੀ ਦਿਨ ਰਾਤ ਇੱਕ ਕਰਦੀਆਂ। ਬਹੁਤ ਕੁਛ ਹੋਇਆ ਬੜਾ ਨਿਰਦ ਹੋਇਆ ਬੜਾ ਨਾਚ ਹੋਇਆ ਬੜਾ ਪਖੰਡ ਤੇ ਕੁਛ ਕੁਕਰਮ ਹੋਣ ਲੱਗ ਪਏ। ਸੁਣ ਕਰ ਬਚਨ ਕਹੇ ਜੋ ਰਾਜਾ ਕਰਨ ਲੱਗੇ ਤੇ ਤੈ ਸੋ ਕਾਜਾ। ਜੋ ਰਾਜੇ ਨੇ ਕਿਹਾ ਸੀ ਉਹੀ ਹੋ ਰਿਹਾ ਉੱਥੇ। ਤੀਜੇ ਚੌਥੇ ਦਿਨ ਕੋਈ ਨਾ ਕੋਈ ਪੰਜਾਬੋਂ ਤੁਰ ਕੇ ਆ ਜਾਂਦਾ। ਗੁਰੂ ਸਾਹਿਬ ਦੀਆਂ ਗੱਲਾਂ ਉੱਪਰ ਉੱਪਰੋਂ ਕਰਦੇ ਆ ਤੇ ਉੱਥੇ ਕਈ ਵਿਦਵਾਨ ਵੀ ਹੁੰਦੇ ਆ ਕਈ ਔਰਤਾਂ ਵੀ ਜਦੋਂ ਸਵਾਲ ਜਵਾਬ ਕਰਦੀਆਂ ਨੇ ਤੇ ਉਹ ਕਈ ਨਾ ਜਵਾਬ ਦੇ ਜਾਂਦੇ ਆ। ਧਰਮ ਦੀ ਵਿਦਿਆ ਜੀ ਕਈਆਂ ਪੜ੍ਹੀ ਹੁੰਦੀ ਹੈ ਪਰ ਹੁਣ ਪਤਾ ਕਿਵੇਂ ਲੱਗੇ ਗੁਰੂ ਪੂਰਾ ਕਿਵੇਂ ਆ। ਉਹ ਕਹਿੰਦੇ ਜਿਹੜਾ ਪੂਰਾ ਗੁਰੂ ਆ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਉੱਚਾ ਹੁੰਦਾ ਹੈ। ਉਹਦੇ ਥੋੜ੍ਹੀਆਂ ਚੀਜ਼ਾਂ ਕੰਮ ਕਰਦੀਆਂ ਨੇ। ਇਹ ਤੇ ਕਾਮ 'ਚ ਡੁੱਬੂ ਕਾਮੀ ਬੰਦਾ ਕ੍ਰੋਧ ਵਿੱਚ ਡੁੱਬੂ ਕ੍ਰੋਧੀ ਬੰਦਾ ਲੋਭ ਵਿੱਚ ਡੁੱਬੂ ਲੋਭੀ ਬੰਦਾ ਜਿਹਦੇ ਵਿਕਾਰ ਨੇ। ਕਹਿੰਦੇ ਜਿਹੜਾ ਆਇਆ ਕਰੇ ਉਹੀ ਕਾਮ ਦੀਆਂ ਜ਼ੁਲਫਾਂ 'ਚ ਉਲਝਿਆ ਕਰਿਆ। ਇਹਨਾਂ ਲੜਕੀਆਂ ਦੇ ਰੂਪ ਵੇਖ ਕੇ ਕਈ ਸਾਧ ਬੇਈਮਾਨ ਹੋ ਗਏ। ਜਬ ਫਕੀਰ ਕੋ ਪੁਰ ਮਹਿ ਆਵੇ ਲਾਏ ਸ਼ਿੰਗਾਰ ਤਾਸ ਟਿਕ ਜਾਵੇ। ਜਦੋਂ ਕੋਈ ਫਕੀਰ ਇਸ ਨਗਰ ਵਿੱਚ ਆਉਂਦਾ ਨਾਨਕ ਬਣ ਕੇ ਨਾਮ ਰਖਾ ਕੇ ਕਹਿੰਦੇ ਇਹ ਸ਼ਿੰਗਾਰ ਲਾ ਕੇ ਨਾ 16 ਤਰ੍ਹਾਂ ਦੇ ਸੋਹਣੀਆਂ ਸੁਨੱਖੀਆਂ ਬਣ ਕੇ ਆਪ ਚਲੇ ਜਾਂਦੀਆਂ ਉੱਥੇ। ਬਾਬਾ ਜੀ ਕਿਰਪਾ ਕਰੋ ਨਾਮ ਦੀ ਦਾਤ ਬਖਸ਼ੋ ਸੇਵਕ ਬਣਾ ਲਓ। ਤੇ ਜਦੋਂ ਬਾਬੇ ਵੇਖਦੇ ਆ ਮਾਫ ਕਰਿਓ ਬਾਬੇ ਸ਼ਬਦ ਵਰਤ ਰਿਹਾ ਕਿਉਂਕਿ ਅੱਜ ਕੱਚੇ ਪੱਕੇ ਬਹੁਤ ਨੇ। ਪੂਰੇ ਬਾਬੇ ਅੱਜ ਵੀ ਪੂਜਣ ਲੋਕ ਜਿਨ੍ਹਾਂ ਤੇ ਗੁਰੂ ਸਾਹਿਬ ਦੀ ਕਿਰਪਾ ਨਾ ਕਿਉਂਕਿ ਰੱਬ ਬਣ ਕੇ ਆਉਂਦੇ ਸੀ ਬਾਬਾ ਬਣ ਕੇ ਆਉਂਦੇ ਸੀ। ਗੁਰੂ ਨਾਨਕ ਸਾਹਿਬ ਨੂੰ ਗੁਰੂ ਥੋੜੀ ਕੋਈ ਕਹਿੰਦਾ ਸੀ ਉਦੋਂ ਬਾਬਾ ਸ਼ਬਦ ਵਰਤਿਆ ਜਾਂਦਾ ਸੀ। ਬਾਬੇ ਤਾਰੇ ਚਾਰ ਜਗ ਨੌ ਖੰਡ ਪ੍ਰਿਥਵੀ ਸੱਚਾ ਰੂਪ ਗੁਰਮੁਖ ਗੱਲ ਵਿੱਚ ਪ੍ਰਗਟ। ਗੁਰੂ ਨਾਨਕ ਸਾਹਿਬ ਜੀ ਨੂੰ ਬਾਬਾ ਸ਼ਬਦ ਫਿਰ ਦੁਬਾਰਾ ਪੜ੍ਹ ਲਓ। ਜਾਹਰ ਪੀਰ ਜਗਤ ਗੁਰ ਬਾਬਾ ਸ਼ਬਦ। ਤੇ ਅੱਜ ਬਾਬਾ ਸ਼ਬਦ ਅਸੀਂ ਕਿਹੜੇ ਪਾਸੇ ਲਈ ਫਿਰਦੇ ਹਾਂ? ਹਾਲਾਤ ਕੀ ਨੇ? ਗੁਰੂ ਸਾਹਿਬ ਨੂੰ ਬਾਬਾ ਇਸ ਲਈ ਕਹਿੰਦੇ ਸੀ ਉਮਰ ਭਾਵੇਂ ਛੋਟੀ ਸੀ ਬਾਬਿਆਂ ਵਾਲਾ ਰੁਤਬਾ ਸੀ ਉਹਨਾਂ ਦਾ।
ਬਾਬੇ ਅਸੀਂ ਮੰਨਦੇ ਹਾਂ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਬਾਬਾ ਅਜੀਤ ਸਿੰਘ, ਬਾਬਾ ਨਿਹਾਲ ਸਿੰਘ। ਇੱਥੇ ਤੇ ਸਮਝ ਨਹੀਂ ਆਉਂਦੀ, ਮੇਰੇ ਵਰਗੇ ਲੋਕ ਬਾਬਾ ਜੀ ਕਹੀ ਜਾਂਦੇ। ਮੈਂ ਤੇ ਕਹਿੰਦਾ ਭਾਈ ਮੇਰੇ ਕਿਹੜਾ ਦੰਦ ਝੜ ਗਏ, 30 ਸਾਲਾਂ ਦੀ ਉਮਰ ਨਹੀਂ ਹੋਈ, ਬਾਬਾ ਬਾਬਾ ਕਹੇ ਐਵੇਂ ਤੁਸੀਂ ਪਤਾ ਨਹੀਂ ਕੀ ਕਰੀ ਜਾਂਦੇ। ਨਾਂ ਲੈ ਕੇ ਬੋਲਿਆ ਕਰੋ, ਬੁਲਾਇਆ ਕਰੋ। ਕਦੇ ਕਿਸੇ ਨੂੰ ਬਾਬਾ ਨਾ ਕਹੇ ਤੇ ਰੁਤਬਾ ਪੂਜਣ ਵਾਲਾ ਹੈ। ਰੁਤਬਾ ਸੀ ਬਾਬਾ ਬੁੱਢਾ ਜੀ ਦਾ। ਹਰ ਚੀਜ਼ ਸੱਚੀ ਹੈ, ਹਰ ਚੀਜ਼ ਝੂਠੀ ਹੈ। ਅਸਲ ਦੀ ਨਕਲ ਵੀ ਹੈ, ਸੋਨਾ ਵੀ ਹੈ, ਪਿੱਤਲ ਵੀ ਹੈ, ਚਾਂਦੀ ਵੀ ਹੈ, ਸਿਲਵਰ ਵੀ ਹੈ, ਸਦਾ ਇੱਕ ਪਾਸੇ ਡੁਪਲੀਕੇਟ, ਹੀਰਾ ਵੀ ਹੈ ਤੇ ਪੱਥਰ ਵੀ ਹੈ। ਡੁਪਲੀਕੇਟ ਕਿੰਨਾ ਕੁਛ ਹੈ। ਤੇ ਬਾਬੇ ਸੱਚੇ ਵੀ ਹੁੰਦੇ ਤੇ ਬਾਬੇ ਝੂਠੇ ਵੀ। ਜੇ ਬਾਬਿਆਂ ਦੀ ਲਿਸਟ ਬਣਾਈਏ ਕਲਯੁਗ ਦੇ ਸਮੇਂ 'ਚ ਕਿੰਨੀ ਵੱਡੀ ਹੈ ਜੀ। ਹੁਣ ਜਿਹੜਾ ਵੀ ਬਾਬਾ ਆਇਆ ਕਰੇ, ਕਹਿੰਦੇ ਬਾਬਾ ਨਾਨਕ ਬਣ ਕੇ ਆਇਆ ਕਰੇ, ਉਹ ਇਹਨਾਂ ਔਰਤਾਂ ਦੇ ਰੂਪ ਨੂੰ ਵੇਖ ਕੇ ਮੋਹਿਤ ਹੋ ਜਾਂਦਾ ਏ। ਨੈਣ ਘੋਰ ਜਿਨ ਬਾਨ ਸਮਾਨਾ, ਧਨਿਕ ਸੋ ਪ੍ਰਕੁਟੀ ਕੁਟਲ ਮਹਾਨਾ। ਨੈਣਾ ਦੇ ਬਾਣ ਮਾਰ ਕੇ ਕਹਿੰਦੇ ਸੁੱਧ ਬੁੱਧੀ ਉਹਨਾਂ ਨੇ ਖੋ ਦਿੰਦੀਆਂ ਨੇ। ਇਸੇ ਕਰਕੇ ਤੇ ਉਮਰਾਂ ਛੋਟੀਆਂ ਰੱਖੀਆਂ ਸੀ ਵੀ ਚੰਚਲਤਾ ਹੋਵੇ, ਚਲਾਕੀ ਹੋਵੇ। ਉਹ ਕਹਿੰਦੇ ਸਾਧਾ ਨੂੰ ਸਾਰਾ ਕੁਝ ਭੁੱਲ ਜਾਂਦਾ। ਕਹਿੰਦੇ ਅਸੀਂ ਰਾਜੇ ਸ਼ਿਵਨਾਮ ਤੋਂ ਕੀ ਲੈਣਾ, ਅਸੀਂ ਕੀ ਲੈਣਾ। ਚੱਲਦੇ ਆ ਸਵੇਰ ਨੂੰ ਵਾਪਸ, ਕਹਿੰਦੇ ਇੱਥੋਂ ਹੀ ਡੋਲ ਜਾਇਆ ਕਰਨ, ਡੁੱਲ ਜਾਇਆ ਕਰਨ, ਡੁੱਬ ਜਾਇਆ ਕਰਨ। ਸਵੇਰ ਹੁੰਦੇ ਆ ਰਾਜੇ ਕੋਲ ਰਿਪੋਰਟ ਆਇਆ ਕਰੇ ਵੀ ਜਿਹੜੇ ਉਹ ਬਾਬੇ ਆਏ ਸੀ ਉਹ ਵੀ ਚੱਲਦਾ ਹੀ ਵਹਾ ਸੀ। ਆਖੋ ਸਤਨਾਮ ਹਾਏ ਡੁੱਬ ਗਏ। ਸਮਾਂ ਸਮਾਪਤ ਹੈ ਜੀ। ਬੜੀ ਬਰੀਕੀ ਦੇ ਨਾਲ ਭਾਈ ਬਾਲਾ ਜੀ ਸੁਣਾ ਰਹੇ ਤੇ ਗੁਰੂ ਪਿਆਰੇ ਕਵੀ ਭਾਈ ਸੰਤੋਖ ਸਿੰਘ ਲਿਖ ਰਹੇ ਆ। ਕਿਉਂਕਿ ਜਦੋਂ ਕਿਸੇ ਪ੍ਰਸੰਗ ਦੀ ਬਰੀਕੀ ਵਿੱਚ ਜਾਂਦੇ ਆ ਤਾਂ ਆਨੰਦ, ਉਹਦਾ ਰਸ ਐਸਾ ਹੁੰਦਾ ਹੈ ਉਹ ਜ਼ਿੰਦਗੀ ਭਰ ਨਹੀਂ ਭੁੱਲਦਾ। ਮਰਦ ਕਿਰਪਾ ਕਰਨ, ਆਉਣ ਵਾਲੇ ਦਿਨਾਂ 'ਚ ਆਨੰਦ ਮਾਣਾਂਗੇ। ਸੋ ਇੱਕ ਬੇਨਤੀ ਹੈ ਭਾਈ, ਨੇਤਾ ਪ੍ਰਤ ਕਥਾ ਦਾ ਸਮਾਂ ਜਿਹੜਾ ਉਹ ਵਕਤ ਨਾਲ ਚੇਂਜ ਕੀਤਾ ਜਾਂਦਾ ਹੈ। ਹੁਣ ਜਦੋਂ ਸ਼ਾਮ ਦੀ ਸਮਾਪਤੀ ਹੁੰਦੀ ਹੈ ਤਾਂ ਬੰਦੇ ਰਹਿਣਾ ਸ਼ੁਰੂ, ਅਗਸਤ ਦਾ ਮਹੀਨਾ ਚੱਲਦਾ ਹੈ। ਕੱਲ ਤੋਂ ਸ਼ਾਮ ਦੇ ਦੀਵਾਨਾਂ ਦਾ ਸਮਾਂ 5:30 ਦੀ ਬਦੌਲਤ 5:15 ਕਥਾ ਆਰੰਭ ਹੋਇਆ ਕਰੇਗੀ। 6:15 ਵਜੇ ਸਮਾਪਤੀ, 5:15 ਤੋਂ 6:15 ਕੱਲ ਸ਼ਾਮ ਦਾ ਸਮਾਂ ਹੈ। ਜਿਹੜੇ ਅੱਜ ਨਹੀਂ ਆ ਸਕੇ ਉਹਨਾਂ ਤੱਕ ਵੀ ਸੁਨੇਹਾ ਦੇ ਦਿਓ। 5:15 ਤੋਂ 6:15 ਇਹ ਦੀਵਾਨ ਸਜਿਆ ਕਰਨਗੇ। ਵਾਹਿਗੁਰੂ ਵਾਹਿਗੁਰੂ।